ਹੈਲੋ ਸਟੂਡੈਂਟ, ਸਿਕਿਉਰ ਫਿਊਚਰ ਅਕੈਡਮੀ ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਰੋਹਿਤ ਕੁਮਾਰ। ਅੱਜ ਅਸੀਂ ਇੰਡੀਅਨ ਪੋਲਿਟੀ ਦਾ ਚੈਪਟਰ ਕਰਨ ਜਾ ਰਹੇ ਹਾਂ, ਮੌਲਿਕ ਅਧਿਕਾਰ, ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਕੀ ਹੁੰਦੇ ਹੈ, ਕਿੰਨੇ ਹੈ, ਕਿਉਂ ਪਾਏ ਗਏ ਹੈ ਸੰਵਿਧਾਨ ਦੇ ਵਿੱਚ, ਇਹਨਾਂ ਸਾਰੇ ਬਾਰੇ ਅੱਜ ਆਪਾਂ ਡਿਟੇਲ ਕਰਾਂਗੇ। ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਤਾਂ ਮੌਲਿਕ ਅਧਿਕਾਰ। ਮੌਲਿਕ ਅਧਿਕਾਰ ਜੋ ਸਾਡਾ ਸੰਵਿਧਾਨ ਹੈ ਉਸਦੇ ਭਾਗ 3 ਦੇ ਵਿੱਚ ਹੈ। ਸੰਵਿਧਾਨ ਦੇ ਹੁਣ ਤੱਕ ਜਿਹੜੇ 25 ਭਾਗ ਹੋ ਚੁੱਕੇ ਹੈ। ਜੇ ਮੂਲ ਸੰਵਿਧਾਨ ਦੀ ਗੱਲ ਕਰੀਏ ਤਾਂ 22 ਭਾਗ ਸੀ। ਉਹਦੇ ਵਿੱਚ ਜੋ ਸੰਵਿਧਾਨ ਦਾ ਤੀਸਰਾ ਭਾਗ ਹੈ ਉਹ ਮੌਲਿਕ ਅਧਿਕਾਰਾਂ ਦੇ ਨਾਲ ਸੰਬੰਧਿਤ ਹੈ। ਇਸ ਵਿੱਚ ਆਰਟੀਕਲ ਦੀ ਅਗਰ ਗੱਲ ਕਰੀਏ ਤਾਂ 12 ਤੋਂ ਲੈ ਕੇ 35 ਤੱਕ ਜਿਹੜੇ ਮੌਲਿਕ ਅਧਿਕਾਰ ਦਰਜ ਕੀਤੇ ਗਏ ਆ। 12 ਤੋਂ ਲੈ ਕੇ 35 ਤੱਕ ਜਿਹੜੇ ਹੈ ਫੰਡਾਮੈਂਟਲ ਰਾਈਟਸ ਦੇ ਜਿਹੜੇ ਆਰਟੀਕਲ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਮੌਲਿਕ ਅਧਿਕਾਰਾਂ ਦੀ ਪ੍ਰੇਰਨਾ ਸਾਨੂੰ ਕਿੱਥੋਂ ਮਿਲੀ ਹੈ? USA ਦੇ ਬਿੱਲ ਆਫ ਰਾਈਟਸ, ਯਾਨੀ ਕਿ ਅਧਿਕਾਰਾਂ ਦਾ ਜਿਹੜਾ ਬਿੱਲ ਹੈ ਉੱਥੋਂ ਅਸੀਂ ਕਾਪੀ ਕੀਤਾ। ਅਗਰ ਪੁੱਛਿਆ ਜਾਵੇ ਕਿ ਮੌਲਿਕ ਅਧਿਕਾਰ ਕਿਹੜੀ ਕੰਟਰੀ ਤੋਂ ਲਏ ਹੈ ਤਾਂ ਅਸੀਂ USA ਤੋਂ ਲਏ ਹੈ। ਉਸ ਤੋਂ ਬਾਅਦ ਸੰਵਿਧਾਨ ਦੇ ਭਾਗ 3 ਨੂੰ ਭਾਰਤ ਦਾ ਜਿਹੜਾ ਉਹ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ। ਭਾਗ 3 ਯਾਨੀ ਕਿ ਮੌਲਿਕ ਅਧਿਕਾਰਾਂ ਦੇ ਚੈਪਟਰ ਨੂੰ ਜਿਹੜਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ। ਇਸ ਦਾ ਵੀ ਧਿਆਨ ਰੱਖਣਾ, ਇਹ ਵੀ ਕੁਐਸਚਨ ਇੰਪੋਰਟੈਂਟ ਹੈ, ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ। ਉਸ ਤੋਂ ਬਾਅਦ ਮੌਲਿਕ ਅਧਿਕਾਰ ਜਿਹੜੇ ਨਿਆਂਯੋਗ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਗਰ ਕਿਸੇ ਵੀ ਵਿਅਕਤੀ ਦੇ ਮੌਲਿਕ ਅਧਿਕਾਰ ਡਿਸਟਰਬ ਹੁੰਦੇ ਆ, ਅਗਰ ਉਸ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਜਿਹੜਾ ਹੈ ਸੁਪਰੀਮ ਕੋਰਟ 'ਚ ਵੀ ਜਾ ਸਕਦਾ ਸਿੱਧਾ ਅਤੇ ਹਾਈ ਕੋਰਟ 'ਚ ਵੀ ਜਾ ਸਕਦਾ। ਇਸ ਕਰਕੇ ਅਸੀਂ ਕਹਿ ਸਕਦੇ ਕਿ ਮੌਲਿਕ ਅਧਿਕਾਰ ਜਿਹੜੇ ਆ ਉਹ ਨਿਆਂਯੋਗ ਹਨ। ਸੰਵਿਧਾਨ ਦੇ ਦੁਆਰਾ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੱਤੀ ਗਈ ਹੈ। ਕਹਿਣ ਦਾ ਮਤਲਬ ਸੰਵਿਧਾਨ ਨੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ, ਅਮੀਰ ਗਰੀਬ, ਧਰਮ, ਜਾਤ, ਕਿਸੇ ਵੀ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ। ਇਸ ਕਰਕੇ ਇਸ ਸਾਰੇ ਵਿਅਕਤੀਆਂ ਨੂੰ ਜਿਹੜੇ ਬਿਨਾਂ ਭੇਦਭਾਵ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੱਤੀ ਗਈ ਸੰਵਿਧਾਨ ਦੇ ਦੁਆਰਾ। ਮੌਲਿਕ ਅਧਿਕਾਰ ਦਾ ਸਹੀ ਅਰਥ ਕੀ ਹੈ? ਮੌਲਿਕ ਅਧਿਕਾਰ ਸਹੀ ਅਰਥਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਦਾ ਹੈ। ਅਗਰ ਪੁੱਛਿਆ ਜਾਵੇ ਕਿ ਮੌਲਿਕ ਅਧਿਕਾਰ ਇਹਨਾਂ ਵਿੱਚੋਂ ਕਿਸ ਦੀ ਸਥਾਪਨਾ ਕਰਦਾ ਹੈ ਤਾਂ ਰਾਜਨੀਤਿਕ ਲੋਕਤੰਤਰ। ਉਸ ਤੋਂ ਬਾਅਦ ਅਗਰ ਗੱਲ ਕਰੀਏ ਮੌਲਿਕ ਅਧਿਕਾਰ ਜਿਹੜਾ ਉਹ ਸਰਕਾਰ ਦੇ ਤਾਨਾਸ਼ਾਹੀ ਵਿਵਹਾਰ ਤੋਂ ਰੱਖਿਆ ਕਰਦੇ ਹੈ, ਕਿਉਂਕਿ ਗੌਰਮੈਂਟ ਆਪਦੀ ਮਨਮਾਨੀ ਨਹੀਂ ਕਰ ਸਕਦੀ। ਲੋਕਾਂ ਨੂੰ ਜੋ, ਜਨਤਾ ਨੂੰ ਜੋ ਮੌਲਿਕ ਅਧਿਕਾਰ ਦਿੱਤੇ ਗਏ, ਸਰਕਾਰ ਨੂੰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਆਪਦੀ ਸਰਕਾਰ ਚਲਾਉਣੀ ਪੈਂਦੀ ਹੈ। ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਕਾਰ ਮੌਲਿਕ ਅਧਿਕਾਰਾਂ ਨੂੰ ਅੱਖੋਂ ਓਹਲਾ ਨਹੀਂ ਕਰ ਸਕਦੀ। ਇਸ ਕਰਕੇ ਜਿਹੜਾ ਸਰਕਾਰ ਦੇ ਤਾਨਾਸ਼ਾਹੀ ਵਿਵਹਾਰ ਤੋਂ ਰੱਖਿਆ ਕਰਦੇ ਆ ਮੌਲਿਕ ਅਧਿਕਾਰ। ਉਸ ਤੋਂ ਬਾਅਦ ਅਗਰ ਗੱਲ ਕਰੀਏ ਆਸਾਨ ਭਾਸ਼ਾ ਵਿੱਚ ਤਾਂ ਇਸ ਦਾ ਮਤਲਬ ਹੈ ਮੌਲਿਕ ਅਧਿਕਾਰ ਕਾਨੂੰਨਾਂ ਦੁਆਰਾ ਚੱਲਣ ਵਾਲੀ ਸਰਕਾਰ ਦੀ ਸਥਾਪਨਾ ਕਰਦਾ ਹੈ, ਨਾ ਕਿ ਵਿਅਕਤੀ ਦੁਆਰਾ। ਕਹਿਣ ਦਾ ਮਤਲਬ ਜਿਹੜੇ ਮੌਲਿਕ ਅਧਿਕਾਰ ਹੈ ਉਹ ਇਹ ਦੱਸਦੇ ਹੈ ਕਿ ਜਿਹੜੀ ਸਰਕਾਰ ਹੈ ਉਹ ਕਾਨੂੰਨ ਦੇ ਰਾਹੀਂ, ਲਾਅ ਦੇ ਰਾਹੀਂ ਚੱਲੇਗੀ, ਨਾ ਕਿ ਕਿਸੇ ਵਿਅਕਤੀ ਦੀ ਮਰਜ਼ੀ ਦੇ ਨਾਲ। ਤਾਂ ਇਸ ਕਰਕੇ ਇਸ ਦਾ ਬਹੁਤ ਵੱਡਾ ਮਤਲਬ, ਔਰ ਪੇਪਰ ਦੇ ਵਿੱਚ ਇਨਡਾਇਰੈਕਟਲੀ ਕਈ ਵਾਰ ਕੁਐਸਚਨਸ ਆ ਜਾਂਦੇ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ। ਯਾਨੀ ਕਿ ਅ ਗੌਰਮੈਂਟ ਆਫ ਲਾਜ਼ ਐਂਡ ਨੋਟ ਆਫ ਮੈਨ, ਯਾਨੀ ਕਿ ਸਰਕਾਰ ਜਿਹੜੀ ਉਹ ਕਾਨੂੰਨ ਦੀ ਹੈ, ਨਾ ਕਿ ਕਿਸੇ ਵਿਅਕਤੀ ਦੀ ਮਰਜ਼ੀ ਨਾਲ। ਮੌਲਿਕ ਅਧਿਕਾਰਾਂ ਦਾ ਨਾਮ ਇਸ ਲਈ ਰੱਖਿਆ ਗਿਆ ਕਿਉਂਕਿ ਉਹ ਸੰਵਿਧਾਨ ਦੇ ਦੁਆਰਾ ਗਰੰਟੀਸ਼ੁਦਾ ਅਤੇ ਸੁਰੱਖਿਅਤ ਹਨ। ਕਿਉਂਕਿ ਮੌਲਿਕ ਅਧਿਕਾਰਾਂ ਨੂੰ ਜਿਹੜਾ ਹੈਗਾ ਉਹ ਖਤਮ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਹ ਸੁਰੱਖਿਅਤ ਹੈ ਅਤੇ ਸੰਵਿਧਾਨ ਦੇ ਦੁਆਰਾ ਗਰੰਟੀਸ਼ੁਦਾ ਵੀ ਹੈ ਕਿ ਹਰ ਇੱਕ ਨੂੰ ਜਿਹੜਾ ਮੌਲਿਕ ਅਧਿਕਾਰ ਜ਼ਰੂਰ ਮਿਲੇਗਾ ਬਿਨਾਂ ਕਿਸੇ ਭੇਦਭਾਵ ਤੋਂ। ਦੂਜਾ, ਇਹਨਾਂ ਅਧਿਕਾਰਾਂ ਨੂੰ ਮੌਲਿਕ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੈ। ਹਰ ਤਰ੍ਹਾਂ ਦੇ, ਚਾਹੇ ਉਹ ਸਮਾਜਿਕ ਹੈ, ਪੋਲੀਟੀਕਲ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਸਰਬਪੱਖੀ ਵਿਕਾਸ ਹੈ, ਉਹਦੇ ਲਈ ਮੌਲਿਕ ਅਧਿਕਾਰ ਬਹੁਤ ਜ਼ਰੂਰੀ ਹੈ। ਅਗਰ ਮੂਲ ਰੂਪ ਵਿੱਚ ਸੰਵਿਧਾਨ ਦੀ ਗੱਲ ਕਰੀਏ, ਅਗਰ ਮੂਲ ਰੂਪ ਵਿੱਚ ਜਿਹੜਾ ਸੰਵਿਧਾਨ ਦੇ ਵਿੱਚ ਉਹ 7 ਬੁਨਿਆਦੀ ਅਧਿਕਾਰ ਪ੍ਰਦਾਨ ਕੀਤੇ ਗਏ ਸੀ। ਸਭ ਤੋਂ ਪਹਿਲਾਂ ਸਮਾਨਤਾ ਦਾ ਅਧਿਕਾਰ, ਇਸ ਦਾ ਆਰਟੀਕਲ 14 ਤੋਂ ਲੈ ਕੇ 18 ਤੱਕ ਹੈ। ਫਿਰ ਹੈ ਸੁਤੰਤਰਤਾ ਦਾ ਅਧਿਕਾਰ, ਯਾਨੀ ਕਿ ਆਜ਼ਾਦੀ ਦਾ ਅਧਿਕਾਰ, ਆਰਟੀਕਲ 19 ਤੋਂ ਲੈ ਕੇ 22 ਤੱਕ ਹੈ। ਫਿਰ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਅਗਰ ਸ਼ੋਸ਼ਣ ਹੁੰਦਾ ਉਸ ਦੇ ਵਿਰੁੱਧ ਜਿਹੜੇ ਅਧਿਕਾਰ ਦਿੱਤੇ ਗਏ ਆ ਉਹ ਆਰਟੀਕਲ 23 ਅਤੇ 24 ਹੈ। ਉਸ ਤੋਂ ਬਾਅਦ ਧਰਮ ਦੀ ਆਜ਼ਾਦੀ ਦਾ ਅਧਿਕਾਰ, ਆਰਟੀਕਲ 25, 26, 27 ਅਤੇ 28। ਉਸ ਤੋਂ ਬਾਅਦ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਯਾਨੀ ਕਿ ਸੱਭਿਆਚਾਰ ਨਾਲ ਸੰਬੰਧਿਤ ਜਿਹੜੇ ਅਧਿਕਾਰ ਆ ਉਹ ਹੈ ਆਰਟੀਕਲ 29 ਅਤੇ 30। ਉਸ ਤੋਂ ਬਾਅਦ ਜਾਇਦਾਦ ਦਾ ਅਧਿਕਾਰ, ਆਰਟੀਕਲ 31, ਲੇਕਿਨ ਇਹ ਡਿਲੀਟ ਕਰ ਦਿੱਤਾ ਗਿਆ 44th ਅਮੈਂਡਮੈਂਟ ਦੇ ਰਾਹੀਂ। ਉਸ ਤੋਂ ਬਾਅਦ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਆਰਟੀਕਲ 32। ਤਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਮੂਲ ਸੰਵਿਧਾਨ ਦੇ ਜਿਹੜੇ ਮੌਲਿਕ ਅਧਿਕਾਰ ਸੀਗੇ ਉਹ ਪਹਿਲਾਂ 7 ਸੀ, ਹੁਣ ਜਿਹੜੇ ਆ ਉਹ 6 ਰਹਿ ਚੁੱਕੇ ਆ। ਹਾਲਾਂਕਿ ਮੌਲਿਕ ਅਧਿਕਾਰ ਦੀ ਸੂਚੀ ਵਿੱਚ ਉਹੀ ਗੱਲ ਕਰ ਰਿਹਾ ਕਿ ਜਾਇਦਾਦ ਦੇ ਅਧਿਕਾਰ ਨੂੰ ਹਟਾ ਦਿੱਤਾ ਗਿਆ ਸੀ 44ਵੀਂ ਸੋਧ ਐਕਟ ਦੇ ਰਾਹੀਂ 1978 ਦੇ ਵਿੱਚ। ਹੁਣ ਇਹ ਸੰਵਿਧਾਨ ਦੇ ਜਿਹੜਾ ਇਹ ਆਰਟੀਕਲ ਜਿਹੜਾ 31 ਹੈ, ਯਾਨੀ ਕਿ ਜੋ ਜਾਇਦਾਦ ਦਾ ਜਿਹੜਾ ਅਧਿਕਾਰ ਵਾਲਾ ਜਿਹੜਾ ਆਰਟੀਕਲ ਹੈ ਉਹ ਹੁਣ ਸੰਵਿਧਾਨ ਦੇ 12ਵੇਂ ਭਾਗ ਦੇ ਵਿੱਚ ਧਾਰਾ 300A ਦੇ ਤਹਿਤ ਕਾਨੂੰਨੀ ਅਧਿਕਾਰ ਹੈ। ਹੁਣ ਇਹ ਸਿੰਪਲ ਕਾਨੂੰਨੀ ਅਧਿਕਾਰ ਹੈ,
ठीक है। ਹੁਣ ਇਹ ਮੌਲਿਕ ਅਧਿਕਾਰ ਨਹੀਂ ਰਿਹਾ ਕਿਉਂਕਿ ਇਸ ਨੂੰ ਮੌਲਿਕ ਅਧਿਕਾਰਾਂ ਦੀ ਲਿਸਟ ਵਿੱਚੋਂ ਕੱਢ ਦਿੱਤਾ ਗਿਆ। ਇਸ ਲਈ ਵਰਤਮਾਨ ਸੰਵਿਧਾਨ ਦੇ ਵਿੱਚ ਹੁਣ ਕੇਵਲ 6 ਹੀ ਮੌਲਿਕ ਅਧਿਕਾਰ ਹੈ। ਹੁਣ ਅਸੀਂ ਮੌਲਿਕ ਅਧਿਕਾਰਾਂ ਦੇ ਬਾਰੇ ਡਿਟੇਲ ਦੇ ਵਿੱਚ ਜਾਣਾਂਗੇ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਆਰਟੀਕਲ 12। ਆਰਟੀਕਲ 12 ਬਹੁਤ ਸਾਰੇ ਸਟੂਡੈਂਟਸ ਇਹਦੇ ਵਿੱਚ ਕਨਫਿਊਜ਼ ਹੁੰਦੇ ਆ, ਇਸ ਲਈ ਥੋੜ੍ਹਾ ਧਿਆਨ ਰੱਖਣਾ ਕਿ ਆਰਟੀਕਲ 12 ਹੈ ਕੀ। ਵੈਸੇ ਤਾਂ ਇਸ ਨੂੰ ਜੇ ਅਸੀਂ ਗੱਲ ਕਰੀਏ ਆਰਟੀਕਲ 12 ਡੈਫੀਨੇਸ਼ਨ ਆਫ ਸਟੇਟ ਜਾਂ ਰਾਜ ਦੀ ਪਰਿਭਾਸ਼ਾ, ਸਹੀ ਅੰਤਰ ਤਾਂ ਇੰਨਾ ਨਹੀਂ ਹੈ, ਠੀਕ ਹੈ ਜੀ। ਲੇਕਿਨ ਫਿਰ ਵੀ ਇਸ ਇਕੱਲੇ ਸ਼ਬਦ ਦਾ ਹੀ ਕੀ ਅਰਥ ਨਿਕਲਦਾ ਆਪਾਂ ਉਹ ਧਿਆਨ ਨਾਲ ਸਮਝਦੇ ਹਾਂ। ਆਰਟੀਕਲ 12 ਦੇ ਅਨੁਸਾਰ ਰਾਜ ਸ਼ਬਦ ਦੀ ਵਰਤੋਂ ਵੱਖ-ਵੱਖ ਵਿਵਸਥਾਵਾਂ ਵਿੱਚ ਕੀਤੀ ਗਈ ਹੈ, ਕਿਉਂਕਿ ਇਸ ਨੇ ਕਿਹਾ ਆਰਟੀਕਲ 12 ਦੇ ਵਿੱਚ ਰਾਜ ਦੀ ਪਰਿਭਾਸ਼ਾ, ਲੇਕਿਨ ਰਾਜ ਹੈ ਕੀ, ਰਾਜ ਹੈ ਕੀ ਉਹ ਇੱਥੇ ਇਹਨਾਂ ਨੇ ਵਰਣਨ ਕੀਤਾ ਹੋਇਆ, ਆਪਾਂ ਇਹਦੇ ਬਾਰੇ ਡਿਸਕਸ ਕਰਦੇ ਹਾਂ। ਭਾਰਤੀ ਸਰਕਾਰ ਯਾਨੀ ਕਿ ਸੰਸਦ ਜਾਂ ਭਾਵ ਕੇਂਦਰੀ ਸਰਕਾਰ ਦੀ ਕਾਰਜਪਾਲਿਕਾ ਹੋਵੇ ਚਾਹੇ ਵਿਧਾਨਪਾਲਿਕਾ। ਕਾਰਜਪਾਲਿਕਾ ਦਾ ਮਤਲਬ ਸਾਰੇ ਮੰਤਰੀ ਆ ਗਏ, ਕਿਉਂਕਿ ਉਹ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਹੈੱਡ ਹੁੰਦੇ, ਇਸ ਕਰਕੇ ਜੋ ਵੀ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ ਉਹ ਕਾਰਜਪਾਲਿਕਾ ਦੇ ਦੁਆਰਾ ਕੀਤਾ ਜਾਂਦਾ। ਲੇਕਿਨ ਕਾਨੂੰਨ ਬਣਾਇਆ ਕਿਹਦੇ ਦੁਆਰਾ ਜਾਂਦਾ, ਸੰਸਦ ਦੇ ਦੁਆਰਾ ਯਾਨੀ ਕਿ ਵਿਧਾਨਪਾਲਿਕਾ। ਜੋ ਬੋਡੀ ਕਾਨੂੰਨ ਬਣਾਉਂਦੀ ਹੈ ਉਸਨੂੰ ਵਿਧਾਨਪਾਲਿਕਾ ਕਹਿੰਦੇ ਆ, ਜੋ ਕਾਨੂੰਨਾਂ ਨੂੰ ਲਾਗੂ ਕਰਵਾਉਂਦੀ ਉਸ ਨੂੰ ਕਾਰਜਪਾਲਿਕਾ ਕਹਿੰਦੇ। ਇਸ ਕਰਕੇ ਚਾਹੇ ਕਾਰਜਪਾਲਿਕਾ ਹੋਵੇ ਚਾਹੇ ਵਿਧਾਨਪਾਲਿਕਾ ਹੋਵੇ, ਸੈਂਟਰ ਗੌਰਮੈਂਟ ਦੀ, ਦੋਨਾਂ ਦਾ ਮਤਲਬ ਕੀ ਹੈ, ਰਾਜ। ਫੰਡਾਮੈਂਟਲ ਰਾਈਟਸ ਵਾਲੇ ਚੈਪਟਰ ਦੇ ਵਿੱਚ ਜਿਹੜਾ ਰਾਜ ਦਾ ਮਤਲਬ ਇਹ ਹੈ। ਦੂਸਰਾ, ਹੋਰ ਰਾਜ ਦੇ ਵਿੱਚ ਰਾਜ ਦੀ ਡੈਫੀਨੇਸ਼ਨ ਵਿੱਚ ਹੋਰ ਕੀ ਕੁਛ ਆਉਂਦਾ ਹੈ, ਰਾਜਾਂ ਦੀਆਂ ਸਰਕਾਰਾਂ ਆ ਗਈਆਂ ਯਾਨੀ ਕਿ ਵਿਧਾਨ ਸਭਾ ਆ ਗਈ, ਭਾਵ ਰਾਜ ਸਰਕਾਰ ਦੀ ਕਾਰਜਪਾਲਿਕਾ ਯਾਨੀ ਕਿ ਜਿਹੜੀ ਰਾਜ ਸਰਕਾਰ ਦੇ ਮੰਤਰੀ ਹੈ ਉਹ ਕਾਰਜਪਾਲਿਕਾ ਦੇ ਮੈਂਬਰ ਹੋ ਗਏ। ਵਿਧਾਨਪਾਲਿਕਾ ਦੇ ਮੈਂਬਰ ਸਾਰੇ ਹੀ ਜਿਹੜੇ ਕਿ ਵਿਧਾਨ ਸਭਾ ਦੇ ਸਾਰੇ MLA ਜਿਹੜੇ ਉਹ ਵਿਧਾਨਪਾਲਿਕਾ ਦੇ ਮੈਂਬਰ, ਕਿਉਂਕਿ ਕਾਨੂੰਨ ਤਾਂ ਸਾਰੇ ਹੀ ਬਣਾਉਂਦੇ, ਕਿਉਂਕਿ ਕਾਨੂੰਨ ਬਣਾਉਣ ਵਾਲੀ ਬੋਡੀ ਨੂੰ ਹੀ ਤਾਂ ਵਿਧਾਨਪਾਲਿਕਾ ਕਿਹਾ ਜਾਂਦਾ। ਇਸ ਕਰਕੇ ਚਾਹੇ ਸੈਂਟਰ ਦੀ ਕਾਰਜਪਾਲਿਕਾ ਦੀ ਵਿਧਾਨਪਾਲਿਕਾ ਹੋਵੇ ਚਾਹੇ ਰਾਜਾਂ ਦੀ ਕਾਰਜਪਾਲਿਕਾ ਦੀ ਵਿਧਾਨਪਾਲਿਕਾ ਹੋਵੇ, ਇਹ ਦੋਨੋਂ ਹੀ ਕਿਹਦੇ ਵਿੱਚ ਆਉਂਦੇ ਆ, ਆਰਟੀਕਲ 12 ਦੀ ਜਿਹੜੀ ਡੈਫੀਨੇਸ਼ਨ ਹੈ ਰਾਜ ਉਹਦੇ ਵਿੱਚ। ਉਸ ਤੋਂ ਬਾਅਦ ਸਾਰੀਆਂ ਸਥਾਨਕ ਸਰਕਾਰਾਂ ਹੋਈਆਂ, ਲੋਕਲ ਗੌਰਮੈਂਟ, ਜਿਵੇਂ ਨਗਰਪਾਲਿਕਾ, ਪੰਚਾਇਤਾਂ, ਜ਼ਿਲ੍ਹਾ ਬੋਰਡ, ਸੁਧਾਰ ਟਰਸਟ, ਇਹ ਸਾਰੇ ਵੀ ਜਿਹੜੇ ਆ ਰਾਜ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਅਥਾਰਟੀਆਂ ਭਾਵ ਕਾਨੂੰਨੀ, ਜਿਵੇਂ ਸਟੈਚੂਟਰੀ ਬੋਡੀ। ਸਟੈਚੂਟਰੀ ਬੋਡੀ ਕੀ ਹੁੰਦੀ ਆ, ਉਹ ਵਾਲੀ ਬੋਡੀ ਜਿਹੜੀ ਕਾਨੂੰਨ ਦੇ ਰਾਹੀਂ ਬਣਾਈ ਜਾਂਦੀ ਹੈ। ਅਤੇ ਕੁਛ ਗੈਰ ਕਾਨੂੰਨੀ ਸਟੈਚੂਟਰੀ ਬੋਡੀ ਵੀ ਹੈਗੀ ਹੈ, ਜਿਵੇਂ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ, ONGC ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਲਿਮਟਡ, ਸਟੀਲ ਅਥਾਰਟੀ ਆਫ ਇੰਡੀਆ ਲਿਮਟਡ। ਇਹ ਜਿਹੜੀਆਂ ਨੌਨ ਸਟੈਚੂਟਰੀ ਬੋਡੀ ਜਿਹੜੀ ਇਹ ਵੀ ਇਹਦੇ ਵਿੱਚ ਰਾਜ ਦੀ ਡੈਫੀਨੇਸ਼ਨ ਵਿੱਚ ਆਉਂਦੀਆਂ। ਹੁਣ ਇਹ ਸਾਰੀਆਂ ਜਿਹੜੀਆਂ ਜਿਨ੍ਹਾਂ ਦੇ ਆਪਾਂ ਨਾਮ ਲਏ ਇਹ ਸਾਰੇ ਰਾਜ ਦੀ ਡੈਫੀਨੇਸ਼ਨ ਵਿੱਚ ਆਉਂਦੇ ਆ। ਕਿਉਂ ਇਹਨਾਂ ਨੂੰ ਰਾਜ ਦੀ ਡੈਫੀਨੇਸ਼ਨ ਵਿੱਚ ਰੱਖਿਆ ਗਿਆ, ਕਿਉਂਕਿ ਇਹ ਕਿਹਾ ਗਿਆ ਕਿ ਇਹਨਾਂ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਅਗਰ ਕਿਸੇ ਵੀ ਫੰਡਾਮੈਂਟਲ ਰਾਈਟਸ ਨੂੰ ਡਿਸਟਰਬ ਕਰਦੇ ਆ ਤਾਂ ਉਸ ਦੇ ਲਈ ਜਿਹੜਾ ਵਿਅਕਤੀ ਕੋਰਟ ਦੇ ਵਿੱਚ ਜਾ ਸਕਦਾ ਹੈ। ਹੁਣ ਅਸੀਂ ਸਾਰਾ ਇਹ ਸਮਝ ਲਿਆ ਕਿ ਰਾਜ ਦੀ ਡੈਫੀਨੇਸ਼ਨ ਵਿੱਚ ਕੀ ਕੁਛ ਆਉਂਦਾ ਹੈ। ਇਸ ਤਰ੍ਹਾਂ ਰਾਜ ਨੂੰ ਵਿਆਪਕ ਅਰਥਾਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਤਾਂ ਜੋ ਇਸ ਦੀਆਂ ਸਭ ਏਜੰਸੀਆਂ ਨੂੰ ਇਸ ਦੇ ਵਿੱਚ ਸ਼ਾਮਿਲ ਵੀ ਕੀਤਾ ਜਾ ਸਕੇ। ਮੌਲਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਇਹਨਾਂ ਏਜੰਸੀਆਂ ਦੀਆਂ ਕਾਰਵਾਈਆਂ ਨੂੰ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਕਿ ਅਗਰ ਇਹ ਸਾਰੀਆਂ ਜੋ ਰਾਜ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ, ਅਗਰ ਇਹ ਕੋਈ ਵੀ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੇ ਹੈ ਤਾਂ ਇਹਨਾਂ ਦੇ ਦੁਆਰਾ ਕੀਤੇ ਗਏ ਕੰਮ ਨੂੰ ਜਿਹੜੀ ਹੈ ਅਦਾਲਤਾਂ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਅਨੁਸਾਰ ਇੱਥੋਂ ਤੱਕ ਕਿ ਇੱਕ ਨਿੱਜੀ ਸੰਸਥਾ, ਚਾਹੇ ਕੋਈ ਨਿੱਜੀ ਸੰਸਥਾ ਜਾਂ ਏਜੰਸੀ ਹੈ ਜੋ ਰਾਜ ਦੇ ਇੱਕ ਸਾਧਨ ਵਜੋਂ ਕੰਮ ਕਰ ਰਹੀ ਹੈ, ਤਾਂ ਉਹ ਨਿੱਜੀ ਹੈ, ਤਾਂ ਪ੍ਰਾਈਵੇਟ, ਪਰ ਰਾਜ ਦੇ ਸਾਧਨ ਵਜੋਂ ਕੰਮ ਕਰਦੀ ਹੈ, ਉਹ ਵੀ ਰਾਜ ਦੇ ਅਰਥਾਂ ਵਿੱਚ ਆਉਂਦੀ ਹੈ, ਕਿਉਂਕਿ ਉਸ ਦੇ ਦੁਆਰਾ ਬਣਾਇਆ ਗਿਆ ਕੋਈ ਕਾਨੂੰਨ ਜਾਂ ਉਸ ਦੇ ਦੁਆਰਾ ਕੋਈ ਜਾਰੀ ਕੀਤਾ ਗਿਆ ਕੋਈ ਨੋਟੀਫਿਕੇਸ਼ਨ, ਇਹ ਕੋਈ ਵੀ ਜਿਹੜਾ ਹੈਗਾ ਉਹ ਫੰਡਾਮੈਂਟਲ ਰਾਈਟ ਡਿਸਟਰਬ ਨਹੀਂ ਕਰ ਸਕਦਾ। ਅਗਰ ਕਰਦਾ ਤਾਂ ਜਿਹੜਾ ਵਿਅਕਤੀ ਕੋਰਟ ਦੇ ਵਿੱਚ ਜਾ ਸਕਦਾ ਹੈ। ਆਰਟੀਕਲ 12 ਦਾ ਮਤਲਬ ਤਾਂ ਇਹ ਹੋ ਗਿਆ। ਹੁਣ ਆਰਟੀਕਲ 13 ਦਾ ਮਤਲਬ ਕੀ ਹੈ? ਜੇ 13 ਦੀ ਗੱਲ ਕਰੀਏ ਤਾਂ ਇਹ ਵੀ ਡੈਫੀਨੇਸ਼ਨ ਰਾਜ ਦੇ ਵਿੱਚ ਆਉਂਦਾ ਹੈ, ਲੇਕਿਨ ਇਹਦੇ ਵਿੱਚ ਇਹਨਾਂ ਸਾਰੇ ਦੁਆਰਾ ਕੀਤੇ ਗਏ ਜਿਹੜੇ ਕੰਮ ਹੋਣਗੇ ਉਹਨੂੰ ਕੀ ਕਹਿੰਦੇ ਆ, ਜਿਵੇਂ ਪਾਰਲੀਮੈਂਟ ਦੁਆਰਾ ਕੀਤਾ ਗਿਆ ਕੰਮ ਲਾਅ ਹੋ ਸਕਦਾ ਹੈ, ਠੀਕ ਹੈ, ਰਾਜ ਸਰਕਾਰਾਂ ਦੁਆਰਾ ਕੀਤਾ ਗਿਆ ਕੰਮ ਕੋਈ ਲਾਅ ਹੋ ਸਕਦਾ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਰਟੀਕਲ 13 'ਚ ਰੱਖਿਆ ਗਿਆ। ਆਪਾਂ ਇਹਨੂੰ 1 ਬਾਏ 1 ਪੜ੍ਹਦੇ ਹਾਂ। ਆਰਟੀਕਲ 13 ਜਿਹੜਾ ਉਹ ਘੋਸ਼ਣਾ ਕਰਦਾ ਹੈ ਕਿ ਉਹ ਸਾਰੇ ਕਾਨੂੰਨ ਜੋ ਮੌਲਿਕ ਅਧਿਕਾਰਾਂ ਦੇ ਖਿਲਾਫ ਬਣੇ ਹੋਣ ਉਹ ਸਭ ਰੱਦ ਕੀਤੇ ਜਾਣਗੇ, ਅਤੇ ਇਹ ਸਪਸ਼ਟ ਤੌਰ 'ਤੇ ਨਿਆਇਕ ਸਮੀਖਿਆ ਯਾਨੀ ਕਿ ਜੁਡੀਸ਼ੀਅਲ ਰਿਵਿਊ ਦੇ ਸਿਧਾਂਤ ਦੇ ਆਧਾਰ 'ਤੇ ਰੱਦ ਕੀਤੀ ਜਾਣਗੀ। ਕਹਿਣ ਦਾ ਮਤਲਬ ਅਗਰ ਸੈਂਟਰ ਗੌਰਮੈਂਟ ਜਾਂ ਫਿਰ ਕੋਈ ਵੀ ਸਟੇਟ ਗੌਰਮੈਂਟ ਵਿਅਕਤੀ ਦੇ ਮੌਲਿਕ ਅਧਿਕਾਰਾਂ ਨੂੰ ਅਖੌਲਾ ਕਰਕੇ ਜਾਂ ਮੌਲਿਕ ਅਧਿਕਾਰ ਦੀ ਉਲੰਘਣਾ ਕਰਕੇ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਸੁਪਰੀਮ ਕੋਰਟ ਜਿਹੜੀ ਹੈ ਜੁਡੀਸ਼ੀਅਲ ਰਿਵਿਊ ਦੇ ਅੰਡਰ ਉਸਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰਕੇ ਰੱਦ ਕਰ ਸਕਦੀ ਹੈ।
ਅਜਿਹਾ ਸੁਪਰੀਮ ਕੋਰਟ ਵਿੱਚ ਜਾਣ ਲਈ, ਹੁਣ ਦੇਖੋ ਜਦੋਂ ਕੋਈ ਫੰਡਾਮੈਂਟਲ ਰਾਈਟ ਡਿਸਟਰਬ ਹੁੰਦਾ ਹੈ ਤਾਂ ਵਿਅਕਤੀ ਜੇ ਸੁਪਰੀਮ ਕੋਰਟ 'ਚ ਜਾਣਾ ਚਾਹੁੰਦਾ ਤਾਂ ਸੁਪਰੀਮ ਕੋਰਟ 'ਚ ਵੀ ਸਿੱਧਾ ਜਾ ਸਕਦਾ ਹੈ, ਜੇ ਹਾਈ ਕੋਰਟ 'ਚ ਜਾਣਾ ਚਾਹੁੰਦਾ ਤਾਂ ਹਾਈ ਕੋਰਟ 'ਚ ਵੀ ਜਾ ਸਕਦਾ ਹੈ। ਪਰ ਇੱਥੇ ਗੱਲ ਇਹ ਧਿਆਨ ਰੱਖਣੀ ਹੈ, ਅਗਰ ਉਸਨੇ ਸੁਪਰੀਮ ਕੋਰਟ ਦੇ ਵਿੱਚ ਜਾਣਾ ਤਾਂ ਉਹ ਆਰਟੀਕਲ 32 ਦੇ ਅਕੋਰਡਿੰਗ ਜਾਏਗਾ। ਅਗਰ ਉਸਨੇ ਹਾਈ ਕੋਰਟ ਦੇ ਵਿੱਚ ਜਾਣਾ ਤਾਂ ਉਹ ਆਰਟੀਕਲ 226 ਦੇ ਅਕੋਰਡਿੰਗ ਜਾਏਗਾ। ਇਹ ਦੋਨੋਂ ਕੁਐਸਚਨ ਬਹੁਤ ਇੰਪੋਰਟੈਂਟ ਹੈ, ਧਿਆਨ ਰੱਖਣਾ। ਸੁਪਰੀਮ ਕੋਰਟ 'ਚ ਜਾਣ ਲਈ ਆਰਟੀਕਲ 32, ਹਾਈ ਕੋਰਟ 'ਚ ਜਾਣ ਲਈ ਆਰਟੀਕਲ 226 ਦੀ ਵਰਤੋਂ ਹੋਏਗੀ। ਅਦਾਲਤਾਂ ਸੰਵਿਧਾਨ ਦੇ ਖਿਲਾਫ ਬਣੇ ਕਿਸੇ ਵੀ ਕਾਨੂੰਨ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀਆਂ ਹਨ। ਇਹੀ ਪਾਵਰ ਨੂੰ ਜੁਡੀਸ਼ੀਅਲ ਰਿਵਿਊ ਪਾਵਰ ਕਹਿੰਦੇ ਆ ਸੁਪਰੀਮ ਕੋਰਟ ਦੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਰਟੀਕਲ 13 ਵਿੱਚ ਕਾਨੂੰਨ ਸ਼ਬਦ ਦਾ ਵਿਆਪਕ ਅਰਥ ਦਿੱਤਾ ਗਿਆ, ਯਾਨੀ ਕਿ ਆਰਟੀਕਲ 12 ਦੇ ਵਿੱਚ ਰਾਜ ਦੀ ਡੈਫੀਨੇਸ਼ਨ ਦਿੱਤੀ ਗਈ ਹੈ, ਲੇਕਿਨ ਆਰਟੀਕਲ 13 ਦੇ ਵਿੱਚ ਰਾਜ ਦੀ ਡੈਫੀਨੇਸ਼ਨ ਵਿੱਚ ਜਿਹੜੇ ਆਉਣ ਵਾਲੇ ਕਾਨੂੰਨ ਹੈ ਉਹਨਾਂ ਦਾ ਵਰਣਨ ਕੀਤਾ ਗਿਆ। ਹੁਣ ਕਾਨੂੰਨ ਦੇ ਵਿੱਚ ਕੀ ਕੁਛ ਆ ਸਕਦਾ ਹੈ? ਕਾਨੂੰਨ ਮਤਲਬ ਬਣਾਏ ਗਏ ਰੂਲਸ ਜੋ ਲੋਕਾਂ 'ਤੇ ਲਾਗੂ ਹੋਏਗਾ ਉਹ ਕੀ ਹੋ ਸਕਦਾ ਹੈ। ਹੁਣ ਅਸੀਂ ਇਹਦੇ ਬਾਰੇ ਪੜ੍ਹਦੇ ਹਾਂ। ਇੱਕ ਤਾਂ ਹੈ ਸੰਸਦ ਜਾਂ ਰਾਜਾਂ ਦੀ ਵਿਧਾਨ ਸਭਾਵਾਂ ਦੁਆਰਾ ਬਣਾਏ ਗਏ ਸਥਾਈ ਕਾਨੂੰਨ, ਜਿਹੜੇ ਪੱਕੇ ਕਾਨੂੰਨ ਜੋ ਵੀ ਬਣਦੇ ਆ, ਚਾਹੇ ਉਹ ਸੰਸਦ ਨੇ ਬਣਾਏ ਹੋਏ ਚਾਹੇ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਬਣਾਏ ਹੋਣ, ਅਗਰ ਉਹ ਫੰਡਾਮੈਂਟਲ ਰਾਈਟ ਨੂੰ ਡਿਸਟਰਬ ਕਰਦੇ ਆ ਤਾਂ ਉਹ ਕੀ ਆ, ਰੱਦ ਕੀਤੇ ਜਾ ਸਕਣਗੇ। ਦੂਸਰਾ ਅਸਥਾਈ ਕਾਨੂੰਨ ਵੀ ਹੋ ਸਕਦੇ। ਅਸਥਾਈ ਮਤਲਬ ਜੋ ਕਿ ਪਰਮਾਨੈਂਟ ਕਾਨੂੰਨ ਨਹੀਂ ਹੁੰਦੇ, ਜਿਵੇਂ ਕਿ ਰਾਸ਼ਟਰਪਤੀ ਜਾਂ ਰਾਜਾਂ ਦੇ ਗਵਰਨਰ ਦੁਆਰਾ ਜਾਰੀ ਕੀਤੇ ਗਏ ਅਧਿਆਦੇਸ਼, ਜਿਹਨੂੰ ਆਰਡੀਨੈਂਸ ਕਹਿੰਦੇ ਇੰਗਲਿਸ਼ ਦੇ ਵਿੱਚ। ਅਗਰ ਆਰਡੀਨੈਂਸ ਰਾਸ਼ਟਰਪਤੀ ਜਾਂ ਗਵਰਨਰ ਦੁਆਰਾ ਜਾਰੀ ਕੀਤਾ ਜਾਵੇ ਅਤੇ ਉਹ ਜਿਹੜਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ ਤਾਂ ਉਹ ਵੀ ਜਿਹੜਾ ਕੀ ਹੈ ਰੱਦ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਹੈ ਕਾਨੂੰਨ ਦੇ ਵਿਧਾਨਿਕ ਸਰੋਤ। ਹੁਣ ਕਾਨੂੰਨ ਦੇ ਵਿਧਾਨਿਕ ਸਰੋਤ ਕਿਹੜੇ ਹੋ ਸਕਦੇ? ਜਿਵੇਂ ਕੋਈ ਆਰਡਰ ਜਾਰੀ ਕਰਤਾ ਜਾਂ ਕੋਈ ਉਪ ਕਾਨੂੰਨ ਹੋ ਗਿਆ, ਮਤਲਬ ਕਾਨੂੰਨ ਦਾ ਹੀ ਕੋਈ ਛੋਟਾ ਭਾਗ ਹੋ ਗਿਆ, ਜਾਂ ਕੋਈ ਨਿਯਮ ਹੋ ਗਿਆ, ਜਾਂ ਕੋਈ ਸੂਚਨਾ। ਜਿਵੇਂ ਹੁਣ ਦੇਖੋ ਕਰੋਨਾ ਮਹਾਂਮਾਰੀ ਦੇ ਵਿੱਚ ਬਹੁਤ ਸਾਰੇ ਨਿਯਮ, ਬਹੁਤ ਸਾਰੇ ਕਾਨੂੰਨ ਬਣਾਏ ਗਏ ਸੀ, ਜਾਂ ਕੋਈ ਮੰਨ ਲਓ ਲੋਕਲ ਲੈਵਲ 'ਤੇ ਅਗਰ ਗੱਲ ਕਰੀਏ, ਡਿਸਟ੍ਰਿਕਟ ਲੈਵਲ ਦੇ ਕੋਈ ਡਿਪਟੀ ਕਮਿਸ਼ਨਰ ਨੇ ਮੰਨ ਲਓ ਕੋਈ ਕਾਨੂੰਨ ਜਾਂ ਨਿਯਮ ਬਣਾਏ ਹੋਣ, ਜਾਂ ਕੋਈ ਹੈਲਥ ਡਿਪਾਰਟਮੈਂਟ ਨੇ ਬਣਾਏ ਹੋਣ, ਤਾਂ ਬਸ ਜੋ ਵੀ ਕਾਨੂੰਨ ਜਾਂ ਛੋਟੇ ਛੋਟੇ ਨਿਯਮ ਜਾਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਕੋਈ ਫੰਡਾਮੈਂਟਲ ਰਾਈਟ ਡਿਸਟਰਬ ਨਹੀਂ ਹੋਣਾ ਚਾਹੀਦਾ। ਜਿਵੇਂ ਐਗਜ਼ਾਮਪਲ ਲੈਂਦੇ ਆਪਾਂ, ਸਪੋਜ਼ ਕਰੋ ਮਹਾਂਮਾਰੀ ਦੇ ਵਿੱਚ ਕਦੇ ਇਹ ਨਹੀਂ ਕਿਹਾ ਗਿਆ ਕਿ ਵੀ ਇਸ ਧਰਮ ਦੇ ਲੋਕ ਬਾਹਰ ਨਹੀਂ ਆਉਣਗੇ, ਕਿਉਂਕਿ ਉਹ ਜਮਾਤੀ ਜਿਹੜਾ ਸਿਸਟਮ ਵਾਲਾ ਜਿਹੜਾ ਇੱਕ ਹੋਇਆ ਸੀਗਾ, ਉਹਦੇ ਆਧਾਰ 'ਤੇ ਇਹ ਨਹੀਂ ਜਾਰੀ ਕਰ ਸਕਦੇ ਸੀ ਕਿ ਹੁਣ ਮੁਸਲਮਾਨ ਜਿਹੜੇ ਉਹ ਬਾਹਰ ਨਹੀਂ ਆਉਣਗੇ ਕਿਉਂਕਿ ਉਹਨਾਂ ਦਾ ਇੱਕ ਇਕੱਠ ਹੋਇਆ ਸੀ। ਮਤਲਬ ਇੱਦਾਂ ਕਿਸੇ ਵੀ ਧਰਮ, ਕਿਉਂਕਿ ਫਿਰ ਤਾਂ ਸਿੱਧਾ ਫੰਡਾਮੈਂਟਲ ਰਾਈਟ ਡਿਸਟਰਬ ਹੈ। ਅਤੇ ਇਸ ਕਰਕੇ ਜੋ ਵੀ ਆਰਡਰ, ਉਪ ਕਾਨੂੰਨ, ਨਿਯਮ ਜਾਂ ਸੂਚਨਾਵਾਂ ਜਿਹੜੀਆਂ ਵੀ ਹੈ ਉਹਨਾਂ ਨੂੰ ਜਿਹੜਾ ਕੀ ਹੈ ਜਾਰੀ ਮਤਲਬ ਫੰਡਾਮੈਂਟਲ ਰਾਈਟ ਦੇ ਖਿਲਾਫ ਜਾਰੀ ਨਹੀਂ ਕੀਤਾ ਜਾ ਸਕਦਾ। ਹੁਣ ਗੱਲ ਕਰਦੇ ਹਾਂ ਕਾਨੂੰਨ ਦੇ ਗੈਰ ਵਿਧਾਨਿਕ ਸਰੋਤ। ਉਹ ਕਿਵੇਂ? ਜਿਵੇਂ ਰਿਵਾਜ। ਦੇਖੋ ਕੋਈ ਰਿਵਾਜ ਹੁੰਦਾ, ਜਿਵੇਂ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਖਾਪ ਪੰਚਾਇਤਾਂ ਹੁੰਦੀਆਂ ਸੀ, ਉਹ ਕੋਈ ਨਾ ਕੋਈ ਰਿਵਾਜ ਬਣਾ ਦਿੰਦੇ ਸੀ। ਤਾਂ ਕੋਈ ਵੀ ਰਿਵਾਜ ਇਹੋ ਜਿਹਾ ਨਹੀਂ ਬਣਾ ਸਕਦੇ ਜੋ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ, ਨਹੀਂ ਤਾਂ ਫਿਰ ਭਾਵੇਂ ਉਹਨਾਂ ਨੇ ਆਪਦੇ ਲੈਵਲ 'ਤੇ ਬਣਾਏ ਹੋਣ ਪਰ ਉਹ ਕੀ ਹੈ, ਰੱਦ ਕੀਤੇ ਜਾਣਗੇ। ਇਸ ਤਰ੍ਹਾਂ ਸਿਰਫ ਇੱਕ ਕਾਨੂੰਨ ਹੀ ਨਹੀਂ ਬਲਕਿ ਉਪਰੋਕਤ ਵਿੱਚੋਂ ਕਿਸੇ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਅਗਰ ਉਹ ਫੰਡਾਮੈਂਟਲ ਰਾਈਟ ਨੂੰ ਡਿਸਟਰਬ ਕਰਦੇ। ਇਸ ਤੋਂ ਇਲਾਵਾ ਹੋਰ ਕੀ ਹੈ, ਆਰਟੀਕਲ 13 ਘੋਸ਼ਣਾ ਇਹ ਵੀ ਕਰਦਾ ਹੈ ਕਿ ਸੰਵਿਧਾਨਿਕ ਸੋਧ ਇੱਕ ਕਾਨੂੰਨ ਨਹੀਂ ਹੈ। ਆਰਟੀਕਲ 13 ਕਹਿੰਦਾ ਕਿ ਜਿਹੜੀ ਸੰਵਿਧਾਨਿਕ ਸੋਧ ਹੈ, ਜੋ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੁੰਦੀ ਹੈ, ਸੰਸ਼ੋਧਨ ਹੁੰਦਾ ਹੈ, ਉਹ ਕਾਨੂੰਨ ਨਹੀਂ ਹੈ। ਇਸ ਲਈ ਇਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਯਾਨੀ ਕਿ ਅਮੈਂਡਮੈਂਟ ਦੇ ਦੁਆਰਾ ਅਗਰ ਕੋਈ ਫੰਡਾਮੈਂਟਲ ਰਾਈਟ ਡਿਸਟਰਬ ਹੁੰਦਾ ਹੈ ਤਾਂ ਉਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਆਰਟੀਕਲ 13 ਇਹ ਕਹਿੰਦਾ ਸੀ। ਪਰ ਸੁਪਰੀਮ ਕੋਰਟ ਨੇ ਇੱਕ ਕੇਸ, ਕੇਸ਼ਵਾਨੰਦ ਭਾਰਤੀ ਕੇਸ ਸੀ 1973। ਇੱਕ ਕੁਐਸਚਨ ਤਾਂ ਇਹ ਆਉਂਦਾ ਕਿ ਕੇਸ਼ਵਾਨੰਦ ਭਾਰਤੀ ਜਿਹੜਾ ਕੇਸ ਹੈ ਉਹ ਕਿਹੜੇ ਸਾਲ ਦਾ? 1973। ਇੱਕ ਕੋਰਟ ਪੁੱਛੀ ਜਾਂਦੀ ਵਰਸਸ ਕੇਰਲਾ, ਇਹ ਯਾਦ ਰੱਖਣਾ ਵਰਸਸ ਕੇਰਲਾ। ਅਤੇ ਇਹਦੇ ਵਿੱਚ ਕੇਸ ਕੀ ਸੀ? ਬਸ ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ। ਇੰਨਾ ਯਾਦ ਰੱਖਣਾ ਕਿ ਇਹਦੇ ਕੇਸ ਵਿੱਚ ਕੀ ਸੀ? ਬੇਸਿਕ ਸਟਰਕਚਰ ਆਫ ਕੌਨਸਟੀਟਿਊਸ਼ਨ, ਯਾਨੀ ਕਿ ਬੁਨਿਆਦੀ ਢਾਂਚਾ ਸੰਵਿਧਾਨ ਦਾ। ਹੁਣ ਇਹ ਸਟੋਰੀ ਕੀ ਸੀ? ਇੱਕ ਛੋਟੀ ਜਿਹੀ ਸਟੋਰੀ ਹੈ, ਇੱਕ ਵਾਰੀ ਇਹਨੂੰ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਠੀਕ ਹੈ ਕਿ ਸੰਵਿਧਾਨ ਦੇ ਵਿੱਚ ਜਿਹੜੀ ਕਿ ਅਮੈਂਡਮੈਂਟ ਕੀਤੀ ਜਾ ਸਕਦੀ ਹੈ, ਠੀਕ ਹੈ, ਸੰਵਿਧਾਨ ਨੂੰ ਬਦਲਿਆ ਜਾ ਸਕਦਾ ਹੈ। ਕਿਹਦੇ ਦੁਆਰਾ ਬਦਲਿਆ ਜਾ ਸਕਦਾ? ਸੰਸਦ ਦੇ ਦੁਆਰਾ। ਸੰਸਦ ਦੇ ਦੋਨੋਂ ਸਦਨ ਅਲੱਗ ਅਲੱਗ ਤੋਂ ਇਹਦੇ ਲਈ ਬਿੱਲ ਪਾਸ ਕਰਦੇ ਆ। ਕੁਛ ਸੰਵਿਧਾਨ ਦੀ ਪ੍ਰੋਵੀਜ਼ਨ ਜਿਹੜੀਆਂ ਹੈਗੀਆਂ ਸਪੈਸ਼ਲ ਮੈਜੋਰਟੀ ਨਾਲ ਪਾਸ ਹੁੰਦੀਆਂ, ਕੁਛ ਜਿਹੜੀਆਂ ਹੈਗੀਆਂ ਉਹ ਸਧਾਰਨ ਬਹੁਮਤ ਨਾਲ ਹੀ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤਾ ਜਾਂਦਾ ਹੈ। ਹੁਣ ਅਗਰ ਸੰਵਿਧਾਨ ਨੂੰ ਬਦਲ ਸਕਦੇ ਆ ਤਾਂ ਇਸ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਕੀ ਸੀਗਾ, ਮੇਨ ਗੱਲ ਕੀ ਸੀ? ਦੇਖੋ ਹੁਣ ਜੇ ਸੰਵਿਧਾਨ ਨੂੰ ਬਦਲ ਸਕਦੇ ਆ ਇਸ ਤਰੀਕੇ ਨਾਲ ਤਾਂ ਫਿਰ ਇੰਡੀਆ ਦਾ ਜਿਹੜਾ ਸੰਵਿਧਾਨ ਆ ਉਹ ਪੂਰੀ ਤਰ੍ਹਾਂ ਹੀ ਬਦਲਿਆ ਜਾ ਸਕਦਾ ਹੈ। ਕੱਲ੍ਹ ਨੂੰ ਤਾਂ ਇਹ ਵੀ ਕਿਹਾ ਜਾ ਸਕਦਾ ਕਿ ਅੱਜ ਤੋਂ ਬਾਅਦ ਕੋਈ ਰਾਸ਼ਟਰਪਤੀ ਨਹੀਂ ਬਣੇਗਾ, ਜੋ ਰਾਸ਼ਟਰਪਤੀ ਸਿਰਫ ਉਹੀ ਰਹੇਗਾ। ਜੋ ਪ੍ਰਧਾਨ ਮੰਤਰੀ ਅੱਜ ਤੋਂ ਬਾਅਦ ਇਲੈਕਸ਼ਨ ਨਹੀਂ ਹੋਣਗੇ ਉਹੀ ਪ੍ਰਧਾਨ ਮੰਤਰੀ ਰਹੇਗਾ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਰਸ਼ੀਆ ਦੇ ਵਿੱਚ, ਰਸ਼ੀਆ ਨੇ ਕੀ ਕਿਹਾ ਹੋਇਆ? ਰਸ਼ੀਆ ਦੇ ਸੰਵਿਧਾਨ ਦੇ ਵਿੱਚ ਹੁਣ ਇਹ ਗੱਲ ਕਹੀ ਗਈ ਹੈ
ਕਿ ਜਿਹੜਾ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਹੈ ਉਹਨੇ ਇੱਕ ਡਿਸਾਈਡ ਕੀਤੀ ਹੈ ਵੀ ਇੰਨੇ ਸਮੇਂ ਤੱਕ ਉਹ ਹੀ ਰਹੇਗਾ, ਕੋਈ ਨਵਾਂ ਨਹੀਂ ਚੁਣਿਆ ਜਾਏਗਾ। ਉਸ ਤੋਂ ਬਾਅਦ ਅੱਗੇ ਉਹ ਦੇਖਣਗੇ ਕਿ ਕੀ ਕਰਨਾ ਹੈ। ਜਿਵੇਂ ਚਾਈਨਾ ਨੇ ਕਿਹਾ ਕਿ ਜਦੋਂ ਤੱਕ ਇਹ ਰਾਸ਼ਟਰਪਤੀ ਉਦੋਂ ਤੱਕ ਇਹ ਹੀ ਰਹੇਗਾ, ਜਦੋਂ ਤੱਕ ਇਹ ਜਿੰਦਾ ਉਹ ਹੀ ਰਾਸ਼ਟਰਪਤੀ ਰਹੇਗਾ। ਇਹਦਾ ਮਤਲਬ ਸਿੱਧਾ ਸਿੱਧਾ ਉਹਨਾਂ ਨੇ ਸੰਵਿਧਾਨ ਨੂੰ ਜਿਹੜਾ ਆਪਦੇ ਕੰਟਰੋਲ 'ਚ ਕਰ ਲਿਆ। ਕਿ ਇੰਡੀਆ ਦੇ ਵਿੱਚ ਇੱਦਾਂ ਹੋ ਸਕਦਾ ਹੈ? ਕੇਸ਼ਵਾਨੰਦ ਭਾਰਤੀ ਕੇਸ ਤੋਂ ਬਾਅਦ ਤਾਂ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਕੇਸ਼ਵਾਨੰਦ ਨੇ ਇਹੀ ਕਿਹਾ ਸੀ ਕਿ ਠੀਕ ਹੈ, ਸੰਸਦ ਕੋਲੇ ਪਾਵਰ ਤਾਂ ਹੈ, ਪਰ ਇਸ ਤਰੀਕੇ ਨਾਲ ਤਾਂ ਸੰਵਿਧਾਨ ਨੂੰ ਪੂਰੀ ਤਰ੍ਹਾਂ ਹੀ ਚੇਂਜ ਕਰ ਦੇਗੀ ਇੱਕ ਦਿਨ। ਤਾਂ ਫਿਰ ਉਸ ਸਮੇਂ ਸੁਪਰੀਮ ਕੋਰਟ ਨੇ ਕਿਹਾ ਕਿ ਗੱਲ ਠੀਕ ਹੈ ਕਿ ਜਿਹੜੀ ਸੰਸਦ ਹੈ ਉਹ ਜਿਹੜਾ ਹੈਗਾ ਅਮੈਂਡਮੈਂਟ ਤਾਂ ਕਰ ਸਕਦੀ ਹੈ, ਪਰ ਜਿਹੜਾ ਸੰਵਿਧਾਨ ਦਾ ਬੇਸਿਕ ਸਟਰਕਚਰ ਹੈ ਉਹ ਨਹੀਂ ਹਿਲਾ ਸਕਦੀ। ਤਾਂ ਬੇਸਿਕ ਸਟਰਕਚਰ ਕੀ ਹੈ, ਇੱਕ ਵਾਰੀ ਹੋਰ ਇਹਨੂੰ ਥੋੜ੍ਹਾ ਧਿਆਨ ਨਾਲ ਕਰਦੇ ਹਾਂ। ਮੰਨ ਲਓ ਜਿਵੇਂ ਫੰਡਾਮੈਂਟਲ ਰਾਈਟਸ ਦਿੱਤੇ ਹੋਏ ਆ, ਠੀਕ ਹੈ, ਫੰਡਾਮੈਂਟਲ ਰਾਈਟਸ ਦਿੱਤੇ ਹੋਏ ਆ, 14 ਆਰਟੀਕਲ ਇਹ ਕਹਿੰਦਾ ਕਿ ਸਭ ਦੇ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹੈ, ਠੀਕ ਹੈ। ਹੁਣ 14 ਆਰਟੀਕਲ ਦੇ ਵਿੱਚ ਕੀ ਅਮੈਂਡਮੈਂਟ ਹੋ ਸਕਦੀ ਹੈ? ਅਮੈਂਡਮੈਂਟ ਤਾਂ ਹੋ ਸਕਦੀ ਹੈ, ਪਰ ਉਹਦਾ ਜਿਹੜਾ ਬੇਸਿਕ ਭਾਵ ਹੈ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ, ਉਹ ਚੇਂਜ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਅਮੈਂਡਮੈਂਟ ਤਾਂ ਕਰ ਸਕਦੇ ਹੋ, ਪਰ ਜਿਹੜਾ ਉਹਦਾ ਮੇਨ ਮਤਲਬ ਹੈ ਉਹ ਚੇਂਜ ਤੁਸੀਂ ਨਹੀਂ ਕਰ ਸਕਦੇ। ਇਹ ਕੇਸ਼ਵਾਨੰਦ ਭਾਰਤੀ ਕੇਸ ਦੇ ਵਿੱਚ ਕਿਹਾ ਸੀ। ਹੁਣ ਗੱਲ ਕਰਦੇ ਹਾਂ ਇੱਥੋਂ ਵਾਲੀ ਕਿ ਸੁਪਰੀਮ ਕੋਰਟ ਨੇ 13 ਆਰਟੀਕਲ ਦੇ ਵਿੱਚ ਜਿਹੜੀ ਇਹ ਗੱਲ ਕਹੀ ਸੀਗੀ ਕਿ ਸੰਵਿਧਾਨਿਕ ਸੰਸ਼ੋਧਨ ਇੱਕ ਕਾਨੂੰਨ ਨਹੀਂ ਹੈ ਅਤੇ ਇਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਇੱਥੇ ਸੁਪਰੀਮ ਕੋਰਟ ਨੇ ਕੀ ਕਿਹਾ? ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਸੰਵਿਧਾਨਿਕ ਸੰਸ਼ੋਧਨ ਦੇ ਰਾਹੀਂ ਮੌਲਿਕ ਅਧਿਕਾਰਾਂ ਦਾ ਜੇ ਬੁਨਿਆਦੀ ਢਾਂਚਾ ਬਦਲਦਾ ਹੈ ਤਾਂ ਇਸ ਨੂੰ ਅਸੰਵਿਧਾਨਿਕ ਘੋਸ਼ਿਤ ਕੀਤਾ ਜਾ ਸਕਦਾ ਹੈ। ਕਹਿਣ ਦਾ ਮਤਲਬ ਸੁਪਰੀਮ ਕੋਰਟ ਨੇ ਇਸ ਦੇ ਅਗੇਂਸਟ ਆਪਣੇ ਜਿਹੜਾ ਫੈਸਲਾ ਸੁਣਾਇਆ। ਹੁਣ ਗੱਲ ਕਰਦੇ ਹਾਂ ਮੌਲਿਕ ਅਧਿਕਾਰ। ਮੌਲਿਕ ਅਧਿਕਾਰ ਕੀ ਹੈ? ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਮਾਨਤਾ ਦਾ ਅਧਿਕਾਰ। ਆਰਟੀਕਲ 14 ਤੋਂ ਲੈ ਕੇ 18 ਇਹ ਸਮਾਨਤਾ ਦੀ ਗੱਲ ਕਰੂਗਾ, ਬਰਾਬਰਤਾ ਦੀ ਗੱਲ ਕਰੂਗਾ। ਇਹ ਸਾਰੇ ਆਰਟੀਕਲ 14, 15, 16, 17, 18 ਸਭ ਬਰਾਬਰਤਾ ਦੀ ਗੱਲ ਕਰਨਗੇ। ਕਿਵੇਂ? ਪਹਿਲੀ ਗੱਲ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ, ਯਾਨੀ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹੈ, ਚਾਹੇ ਕੋਈ ਅਮੀਰ ਹੈ, ਗਰੀਬ ਹੈ, ਕੋਈ ਜਾਤੀ ਦਾ ਭੇਦਭਾਵ ਨਹੀਂ, ਕੋਈ ਧਰਮ ਦਾ ਭੇਦਭਾਵ ਨਹੀਂ। ਜੋ ਵੀ ਕਾਨੂੰਨ ਕੋਈ ਤੋੜੇਗਾ, ਲੜਕਾ ਹੈ, ਲੜਕੀ ਹੈ, ਕੋਈ ਵੀ ਹੈ, ਉਹਨੂੰ ਬਰਾਬਰ ਜਿਹੜੀ ਕੀ ਹੈ ਸਜ਼ਾ ਦਿੱਤੀ ਜਾਊਗੀ। ਯਾਨੀ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹੈ ਅਤੇ ਕਾਨੂੰਨਾਂ ਦੀ ਸੁਰੱਖਿਆ ਵਿੱਚ ਬਰਾਬਰਤਾ, ਯਾਨੀ ਕਿ ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਆ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਠੀਕ ਹੈ। ਇਕੁਐਲਿਟੀ ਬਿਫੋਰ ਲਾਅ, ਇਹਦਾ ਮਤਲਬ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਮਤਲਬ ਹੈ ਇਕੁਐਲਿਟੀ ਬਿਫੋਰ ਲਾਅ, ਯਾਨੀ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹੈ। ਅਤੇ ਕਾਨੂੰਨਾਂ ਦੀ ਸੁਰੱਖਿਆ ਵਿੱਚ ਬਰਾਬਰਤਾ ਦਾ ਮਤਲਬ ਹੈ ਇਕੁਅਲ ਪ੍ਰੋਟੈਕਸ਼ਨ, ਕਿ ਇਕੁਅਲ ਹੀ ਪ੍ਰੋਟੈਕਸ਼ਨ ਮਿਲੂਗੀ, ਠੀਕ ਹੈ। ਜਿਹੜੀ ਵੀ ਲਾਅ ਦੇ ਦੁਆਰਾ ਪ੍ਰੋਟੈਕਸ਼ਨ ਮਿਲਦੀ ਹੈ, ਜੋ ਵੀ ਸੁਰੱਖਿਆ ਮਿਲਦੀ ਹੈ, ਉਹ ਇਕੁਅਲੀ ਮਿਲੂਗੀ ਸਭ ਨੂੰ, ਉਹਦੇ ਵਿੱਚ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ। ਅੱਛਾ, ਇਹ ਦੋ ਸ਼ਬਦ ਅਲੱਗ ਅਲੱਗ ਹੈ, ਇੱਕ ਤਾਂ ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਦੂਜਾ ਕਾਨੂੰਨਾਂ ਦੀ ਸੁਰੱਖਿਆ ਵਿੱਚ ਬਰਾਬਰਤਾ। ਕਈ ਵਾਰੀ ਇਹ ਪੁੱਛ ਲੈਂਦੇ ਆ ਕਿ ਇਕੁਐਲਿਟੀ ਬਿਫੋਰ ਲਾਅ ਜਿਹੜਾ ਹੈਗਾ, ਯਾਨੀ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਇਹ ਕਿਹੜੀ ਕੰਟਰੀ ਤੋਂ ਲਿਆ? ਇਹ ਲਿਆ ਬ੍ਰਿਟਿਸ਼ ਕੰਟਰੀ ਤੋਂ, ਠੀਕ ਹੈ, ਬ੍ਰਿਟਿਸ਼ ਤੋਂ ਲਿਆ। ਜੇ ਆਵੇ ਕਿ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਯਾਨੀ ਕਿ ਕਾਨੂੰਨਾਂ ਦੀ ਸੁਰੱਖਿਆ ਵਿੱਚ ਬਰਾਬਰਤਾ, ਇਹ ਕਿਹੜੀ ਕੰਟਰੀ ਤੋਂ ਲਿਆ? ਤਾਂ ਇਹ ਵਾਲਾ ਵਰਡ ਲਿਆ USA ਤੋਂ। ਤਾਂ ਇੰਨੀ ਗੱਲ ਦਾ ਧਿਆਨ ਰੱਖਣਾ, ਦੋਨੋਂ ਵਰਡ ਅਲੱਗ ਅਲੱਗ ਹੈ ਅਤੇ ਦੋ ਅਲੱਗ ਅਲੱਗ ਕੰਟਰੀਆਂ ਤੋਂ ਲਏ ਹੈ। ਅਤੇ ਆਰਟੀਕਲ ਕਿਹਦੇ 'ਚ ਆਉਂਦੇ? 14 'ਚ। ਉਸ ਤੋਂ ਬਾਅਦ ਆਰਟੀਕਲ 15 ਕੀ ਕਹਿੰਦਾ ਹੈ? ਆਰਟੀਕਲ 15 ਇਹ ਕਹਿੰਦਾ ਕਿ ਧਰਮ, ਨਸਲ, ਜਾਤ, ਲਿੰਗ ਜਾਂ ਜਨਮ ਸਥਾਨ ਦੇ ਆਧਾਰ 'ਤੇ ਵਿਤਕਰੇ ਦੀ ਮਨਾਹੀ। ਵੀ ਗੌਰਮੈਂਟ ਹੈ, ਜੋ ਸਟੇਟ ਹੈ, ਜੋ ਦੇਸ਼ ਹੈ, ਜੋ ਰਾਜ ਹੈ ਕੋਈ, ਉਹ ਕੋਈ ਵੀ ਜਿਹੜਾ ਇਹਨਾਂ ਚੀਜ਼ਾਂ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕਰੇਗਾ। ਆਰਟੀਕਲ 15 ਇਹ ਕਹਿ ਰਿਹਾ ਵੀ ਅਗਰ ਕੋਈ ਪੋਲਿਸੀ ਆਉਂਦੀ ਹੈ ਤਾਂ ਇਸ ਤਰੀਕੇ ਨਾਲ ਕੋਈ ਭੇਦਭਾਵ ਨਹੀਂ ਹੋਏਗਾ। ਉਸ ਤੋਂ ਬਾਅਦ ਹੁਣ ਇਹ ਨਾ ਕਿਉਂਕਿ ਪੰਜਾਬ ਦੇ ਵਿੱਚ ਲੇਡੀਜ਼ ਨੂੰ ਜਿਹੜੀ ਹੈ ਉਹ ਬੱਸਾਂ ਦੇ ਵਿੱਚ ਜਿਹੜੀ ਫਰੀ ਹੈ, ਸਰਕਾਰੀ ਬੱਸਾਂ ਦੇ ਵਿੱਚ ਕਿਰਾਇਆ ਹੈ ਨਹੀਂ ਲੱਗਦਾ, ਤਾਂ ਇਹ ਤਾਂ ਭੇਦਭਾਵ ਹੈ। ਨਹੀਂ, ਉਹ ਤਾਂ ਥੋੜ੍ਹਾ ਜਿਹਾ ਇਹੋ ਜਿਹੀਆਂ ਸਕੀਮਸ ਆਉਂਦੀਆਂ ਲੇਡੀਜ਼ ਲਈ, ਕਿਉਂਕਿ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਇਹ ਚੀਜ਼ਾਂ ਜਿਹੜੀਆਂ ਸਕੀਮਸ ਜਿਹੜੀਆਂ ਆ ਜਾਂਦੀਆਂ। ਜਨਤਕ ਰੁਜ਼ਗਾਰ ਦੇ ਮਾਮਲੇ ਵਿੱਚ ਮੌਕੇ ਦੀ ਸਮਾਨਤਾ। ਆਰਟੀਕਲ 16 ਇਹ ਕਹਿੰਦਾ ਕਿ ਜੋ ਵੀ ਜਨਤਕ ਰੁਜ਼ਗਾਰ ਹੈ, ਜਿਵੇਂ ਸਰਕਾਰੀ ਨੌਕਰੀਆਂ, ਤਾਂ ਉਸ ਮਾਮਲੇ ਦੇ ਵਿੱਚ ਮੌਕੇ ਦੀ ਸਮਾਨਤਾ, ਯਾਨੀ ਕਿ ਸਭ ਨੂੰ ਬਰਾਬਰ ਮੌਕਾ ਦੇਣਾ ਚਾਹੀਦਾ, ਠੀਕ ਹੈ। ਸਭ ਦੇ ਲਈ ਬਰਾਬਰ ਮੌਕਾ, ਸਭ ਦੇ ਲਈ ਜਿਵੇਂ ਮੈਰਿਟ ਬਣਦੀ ਹੈ, ਮੈਰਿਟ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਕਿ ਇਸ ਕੈਟਾਗਰੀ ਦੇ ਵਿੱਚ ਕੌਣ ਉੱਪਰ ਹੈ, ਕੌਣ ਦੇਖੋ ਜਿਸ ਨੇ ਨੰਬਰ ਲਏ ਆ ਉਹਨੂੰ ਜੋਬ ਮਿਲੇਗੀ, ਠੀਕ ਹੈ। ਕਹਿਣ ਦਾ ਮਤਲਬ ਇੱਥੇ ਕੋਈ ਭੇਦਭਾਵ ਨਹੀਂ ਹੈ। ਹਾਂ, ਉਹ ਗੱਲ ਵੱਖਰੀ ਹੈ ਕਿ ਕੁਛ ਰਿਜ਼ਰਵੇਸ਼ਨਸ ਦਿੱਤੀਆਂ ਹੋਈਆਂ, ਜਿਵੇਂ SC BC ST, ਉਹ ਇਸ ਲਈ ਦਿੱਤੀਆਂ ਗਈਆਂ ਤਾਂ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਉੱਪਰ ਚੱਕਿਆ ਜਾਵੇ, ਇਸ ਕਰਕੇ ਥੋੜ੍ਹਾ ਮੌਕਾ ਦਿੱਤਾ ਗਿਆ, ਲੇਕਿਨ ਉਸ ਨੂੰ ਫੰਡਾਮੈਂਟਲ ਰਾਈਟ ਦੇ ਅਗੇਂਸਟ ਨਾ ਸਮਝਿਓ, ਠੀਕ ਹੈ। ਇਹ ਧਿਆਨ 'ਚ ਰੱਖਣਾ। ਜਨਤਕ ਰੁਜ਼ਗਾਰ ਦੇ ਮਾਮਲੇ ਵਿੱਚ ਮੌਕੇ ਦੀ ਸਮਾਨਤਾ। ਅਗਰ ਮੰਨ ਲਓ 30 ਪੋਸਟਾਂ SC ਕੈਟਾਗਰੀ ਦੀ ਹੈ, ਤਾਂ ਉਹਨਾਂ ਨੇ ਇਹ ਤਾਂ ਨਹੀਂ ਨਾ ਕਿਹਾ ਕਿ 30 SC ਕੈਟਾਗਰੀ ਦੀ ਪੋਸਟਾਂ ਦੇ ਵਿੱਚ ਸਿਰਫ ਇਹੀ ਕਾਸਟ ਲੱਗ ਸਕਦੀ ਆ। ਉਹ SC ਹੋਣਾ ਚਾਹੀਦਾ, ਲੇਕਿਨ ਕੋਈ ਵੀ ਕਾਸਟ ਦਾ ਹੋਵੇ
ਉਹ ਸਭ ਨੂੰ ਬਰਾਬਰ ਮੌਕਾ ਮਿਲੇ ਉਹ 30 ਪੋਸਟਾਂ ਲੈਣ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਛੂਤ ਛਾਤ ਦਾ ਖਾਤਮਾ। ਆਰਟੀਕਲ 17 ਇਹ ਕਹਿੰਦਾ, ਪਹਿਲਾਂ ਦੇਖੋ ਕੀ ਹੁੰਦਾ ਸੀਗਾ, ਜਾਤੀ ਭੇਦਭਾਵ ਬਹੁਤ ਹੁੰਦਾ ਸੀਗਾ, ਤਾਂ ਉਸ ਜਾਤੀ ਭੇਦਭਾਵ ਨੂੰ ਦੇਖੋ ਫੰਡਾਮੈਂਟਲ ਰਾਈਟ ਦੇ ਥਰੂ ਖਤਮ ਕੀਤਾ ਗਿਆ। ਅਤੇ ਇਸ ਦੇ ਅਭਿਆਸ ਦੀ ਵੀ ਮਨਾਹੀ, ਅਗਰ ਕੋਈ ਪ੍ਰੈਕਟੀਕਲੀ ਕੋਈ ਇਹ ਚੀਜ਼ ਕਰ ਰਿਹਾ ਆਪਣੇ ਏਰੀਏ ਦੇ ਵਿੱਚ, ਤਾਂ ਇਹ ਵੀ ਆਰਟੀਕਲ ਜਿਹੜਾ 17 ਦੇ ਖਿਲਾਫ ਮੰਨਿਆ ਜਾਏਗਾ। ਤਾਂ ਇਹ ਅਸੀਂ ਕਹਿ ਸਕਦੇ ਸ਼ੋਰਟ 'ਚ ਕਿ 17 ਆਰਟੀਕਲ ਉਹ ਛੂਤ ਛਾਤ ਦੇ ਖਾਤਮੇ ਦੇ ਲਈ ਹੈ, ਅਨਟੱਚੇਬਿਲਟੀ ਦੇ ਖਿਲਾਫ। ਉਸ ਤੋਂ ਬਾਅਦ ਗੱਲ ਕਰਦੇ ਆ ਆਰਟੀਕਲ 18। ਆਰਟੀਕਲ 18 ਕੀ ਕਹਿੰਦਾ, ਉਪਾਧੀਆਂ ਦੀ ਮਨਾਹੀ। ਦੇਖੋ ਪਹਿਲਾਂ ਕੀ ਹੁੰਦਾ ਸੀਗਾ ਕਿ ਬ੍ਰਿਟਿਸ਼ ਗੌਰਮੈਂਟ ਦੇ ਸਮੇਂ ਜਾਂ ਪਹਿਲਾਂ ਕੀ ਹੁੰਦਾ ਸੀ, ਟਾਈਟਲ ਦਿੱਤੇ ਜਾਂਦੇ ਸੀ, ਜਿਵੇਂ ਰਾਏ ਬਹਾਦਰ ਦਾ, ਮਹਾਰਾਜਾ ਦਾ, ਖਾਨ ਬਹਾਦਰ ਦਾ, ਇਹੋ ਜਿਹੇ ਕਾਫੀ ਸਾਰੇ ਟਾਈਟਲ ਦਿੱਤੇ ਜਾਂਦੇ ਸੀ। ਠੀਕ ਹੈ, ਇਹ ਹੁਣ ਖਤਮ ਹੈ ਕਿ ਹੁਣ ਕੋਈ ਵੀ ਬੰਦਾ ਆਪਦੇ ਨਾਮ ਦੇ ਅੱਗੇ ਜਿਵੇਂ ਮਹਾਰਾਜਾ ਨਹੀਂ ਲਗਾਏਗਾ, ਕਿਉਂਕਿ ਸਭ ਨੂੰ ਬਰਾਬਰ ਕੀਤਾ ਗਿਆ। ਠੀਕ ਹੈ, ਕੁਝ ਕਮਿਊਨਿਟੀਜ਼ ਨੇ ਰਾਜ ਕੀਤਾ ਸੀ, ਪਰ ਇਹ ਸਭ ਇੰਡੀਆ ਦੇ ਵਿੱਚ ਬਰਾਬਰ ਕਰਨ ਦੇ ਵਾਸਤੇ ਖਤਮ ਕੀਤਾ ਗਿਆ। ਪਰ ਅਗਰ ਫੌਜ ਦੇ ਵਿੱਚ ਕੋਈ ਕਿਸੇ ਨੂੰ ਕੋਈ ਮਤਲਬ ਕਿ ਕੋਈ ਟਾਈਟਲ ਮਿਲਦਾ ਹੈ, ਜਿਵੇਂ ਸੂਬੇਦਾਰ ਦਾ ਜਾਂ ਫਿਰ ਕੈਪਟਨ ਦਾ, ਠੀਕ ਹੈ, ਇਸ ਤਰੀਕੇ ਦੇ ਨਾਲ, ਜਾਂ ਫਿਰ ਕੋਈ ਮੰਨ ਲਓ ਕੋਈ ਵਿੱਦਿਅਕ ਉਪਾਧੀ, ਯਾਨੀ ਕਿ ਅਕਾਦਮਿਕ ਖੇਤਰਾਂ ਦੇ ਵਿੱਚ, ਯਾਨੀ ਕਿ ਕੋਈ ਵਿੱਦਿਅਕ ਸੰਸਥਾਵਾਂ ਦੇ ਵਿੱਚ ਕੋਈ ਉਹਨੂੰ ਉਪਾਧੀ ਮਿਲਦੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਕਿ ਵੀ ਅਗਰ ਕੋਈ LLB ਕਰਦਾ ਤਾਂ ਉਹਦੇ ਨਾਮ ਦੇ ਨਾਲ ਜਿਵੇਂ ਐਡਵੋਕੇਟ ਲੱਗਣ ਲੱਗ ਜਾਂਦਾ, ਜਾਂ ਫਿਰ ਅਸੀਂ ਗੱਲ ਕਰੀਏ ਕਿ ਕੋਈ PhD ਕਰਦਾ ਉਹਦੇ ਨਾਮ ਦੇ ਅੱਗੇ ਡਾਕਟਰ ਲੱਗਣ ਲੱਗ ਜਾਂਦਾ, ਤਾਂ ਹਾਂ ਉਹ ਲਗਾ ਸਕਦੇ ਆ। ਯਾਨੀ ਕਿ ਫੌਜ ਦੇ ਵਿੱਚ ਮਿਲੀ ਹੋਈ ਉਪਾਧੀ ਜਾਂ ਫਿਰ ਵਿੱਦਿਅਕ ਖੇਤਰਾਂ ਦੇ ਵਿੱਚ ਮਿਲੀ ਹੋਈ ਉਪਾਧੀ ਜਿਹੜਾ ਆਪਣੇ ਨਾਮ ਦੇ ਨਾਲ ਬੰਦਾ ਲਗਾ ਸਕਦਾ, ਪਰ ਅਦਰਵਾਈਜ਼ ਕੋਈ ਹੋਰ ਜਿਹੜੇ ਹੈਗੇ ਆ ਉਪਾਧੀਆਂ ਨੂੰ ਆਪਦੇ ਨਾਮ ਦੇ ਨਾਲ ਨਹੀਂ ਲਗਾ ਸਕਦਾ। ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ, ਇਹ ਮਹਾਰਾਜਾ ਦੀ ਫੈਮਿਲੀ ਉੱਤੇ, ਇਹ ਆਪਣੇ ਨਾਮ ਦੇ ਨਾਲ ਮਹਾਰਾਜਾ ਨਹੀਂ ਲਗਾ ਸਕਦੇ, ਲੇਕਿਨ ਕੈਪਟਨ ਜਿਹੜੀ ਉਹ ਫੌਜ ਵੱਲੋਂ ਮਿਲੀ ਹੋਈ ਉਪਾਧੀ ਸੀ, ਇਸ ਕਰਕੇ ਉਹਨਾਂ ਦੇ ਨਾਮ ਦੇ ਅੱਗੇ ਕੈਪਟਨ ਜ਼ਰੂਰ ਲੱਗਦਾ। ਹੁਣ ਅੱਛਾ ਇੱਕ ਚੀਜ਼ ਹੋਰ ਧਿਆਨ ਰੱਖਿਓ, ਹੁਣ ਜੇ ਕਿਸੇ ਦਾ ਨਾਮ ਹੀ ਮਹਾਰਾਜਾ ਤਾਂ ਉਹ ਗੱਲ ਵੱਖਰੀ ਹੈ। ਨਾਮ ਦਾ ਤਾਂ ਕੀ ਹੈ, ਨਾਮ ਤਾਂ ਜੋ ਮਰਜ਼ੀ ਰੱਖ ਲਓ, ਭਾਵੇਂ ਰਾਸ਼ਟਰਪਤੀ ਰੱਖ ਲਓ, ਪ੍ਰਧਾਨ ਮੰਤਰੀ ਰੱਖ ਲਓ, ਲੇਕਿਨ ਨਾਮ ਰੱਖਣਾ ਅਲੱਗ ਚੀਜ਼ ਹੈ, ਨਾਮ ਦੇ ਅੱਗੇ ਇਹ ਚੀਜ਼ਾਂ ਜੋੜਨੀਆਂ ਉਹ ਅਲੱਗ ਚੀਜ਼ ਹੈ। ਹੁਣ ਗੱਲ ਕਰਦੇ ਹਾਂ ਆਜ਼ਾਦੀ ਦਾ ਅਧਿਕਾਰ, ਯਾਨੀ ਕਿ ਸੁਤੰਤਰਤਾ ਦਾ ਅਧਿਕਾਰ। ਆਰਟੀਕਲ 19, 20, 21 ਅਤੇ 22। ਆਰਟੀਕਲ 19 ਵਿੱਚ ਨਾ 6 ਤਰ੍ਹਾਂ ਦੇ ਆਜ਼ਾਦੀ ਦੇ ਅਧਿਕਾਰ ਦਿੱਤੇ ਗਏ ਹੈ। ਪਹਿਲਾ ਹੈਗਾ ਭਾਸ਼ਣ ਅਤੇ ਵਿਚਾਰਾਂ ਦਾ ਪ੍ਰਗਟਾਵਾ, ਯਾਨੀ ਕਿ ਤੁਸੀਂ ਭਾਸ਼ਣ ਦੇ ਸਕਦੇ ਹੋ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ, ਚਾਹੇ ਉਹ ਫੇਸਬੁੱਕ 'ਤੇ ਹੈ, ਚਾਹੇ ਵਟਸਐਪ 'ਤੇ ਹੈ, ਕਿਸੇ ਵੀ ਤਰੀਕੇ ਦੇ ਨਾਲ, ਪਰ ਉਸ ਦੇ ਵਿੱਚ ਕਿਸੇ ਦੀ ਮਾਨਹਾਨੀ ਨਹੀਂ ਹੋਣੀ ਚਾਹੀਦੀ। ਦੂਸਰਾ ਅਸੈਂਬਲੀ, ਯਾਨੀ ਕਿ ਇਕੱਠੇ ਹੋਣਾ, ਤੁਸੀਂ ਕਿਤੇ ਵੀ ਇਕੱਠੇ ਹੋ ਸਕਦੇ ਹੋ, ਯਾਨੀ ਜਿਵੇਂ ਧਰਨਾ ਵਗੈਰਾ ਲਗਾਉਣਾ ਜਾਂ ਕਿਤੇ ਵੀ ਇਕੱਠੇ ਹੋਣਾ। ਪਰ ਇੱਕ ਚੀਜ਼ ਧਿਆਨ ਰੱਖਿਓ, ਜਦੋਂ ਅਸੈਂਬਲੀ ਹੁੰਦੀ ਹੈ, ਯਾਨੀ ਕਿ ਤੁਸੀਂ ਮੰਨ ਲਓ ਇਕੱਠੇ ਹੋ ਰਹੇ ਹੋ ਜਾਂ ਲੋਕ ਇਕੱਠੇ ਹੁੰਦੇ ਆ ਧਰਨਾ ਲਗਾਉਣ ਲਈ ਇਕੱਠੇ ਹੁੰਦੇ ਆ, ਕਈ ਵਾਰੀ 144 ਧਾਰਾ ਜਿਹੜੀ ਹੈ IPC ਦੀ ਲੱਗ ਜਾਂਦੀ ਹੈ। ਉਹ ਦੇਖੋ ਐਡਮਿਨਿਸਟ੍ਰੇਸ਼ਨ ਦੇ ਅਕੋਰਡਿੰਗ ਅਗਰ ਕੁਛ ਖਤਰਾ ਮਹਿਸੂਸ ਹੁੰਦਾ ਤਾਂ ਉਹ 144 ਲੱਗ ਸਕਦੀ ਹੈ। ਠੀਕ ਹੈ, ਉਹ ਅਲੱਗ ਚੀਜ਼ ਹੈ, ਲੇਕਿਨ ਇਹਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਇਹ ਨਾ ਕਿਉਂਕਿ ਕੱਲ੍ਹ ਨੂੰ 144 ਲੱਗ ਰਹੀ ਹੈ ਤਾਂ ਤੁਸੀਂ ਕਹੋ ਕਿ ਸਾਨੂੰ ਤਾਂ ਫੰਡਾਮੈਂਟਲ ਰਾਈਟ ਹੈ ਕਿ ਅਸੀਂ ਇਕੱਠੇ ਹੋ ਸਕਦੇ ਹਾਂ, ਲੇਕਿਨ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਦੇ ਲਈ ਉਹ ਧਾਰਾ ਜਿਹੜੀ IPC ਦੀ ਉਹ ਲਗਾਈ ਜਾਂਦੀ ਹੈ, ਉਹ ਅਲੱਗ ਚੀਜ਼ ਹੈ। ਤੀਸਰਾ ਐਸੋਸੀਏਸ਼ਨ, ਯਾਨੀ ਕਿ ਸੰਸਥਾ ਬਣਾਉਣਾ। ਦੇਖੋ ਅੱਜ ਕੱਲ੍ਹ ਬਹੁਤ ਸਾਰੀਆਂ ਸੰਸਥਾਵਾਂ ਹੈ, ਚਾਹੇ ਕੋਈ ਮਤਲਬ ਕਿ ਐਜੂਕੇਸ਼ਨ ਲੈਵਲ 'ਤੇ ਹੈ ਜਾਂ ਫਿਰ ਬਹੁਤ ਸਾਰੀਆਂ ਜਿਵੇਂ ਮਜ਼ਦੂਰ ਯੂਨੀਅਨ ਹੈ, ਕਿਸਾਨ ਯੂਨੀਅਨ ਹੈ, ਸਾਰੀਆਂ ਸੰਸਥਾਵਾਂ ਬਣੀਆਂ, ਬਿਲਕੁਲ ਬਣਾ ਸਕਦੇ ਹਾਂ, ਸਾਡਾ ਫੰਡਾਮੈਂਟਲ ਰਾਈਟ ਹੈ। ਤਾਂ ਤੀਸਰਾ ਜਿਹੜਾ ਆਜ਼ਾਦੀ ਵਾਲਾ ਆਪਾਂ ਨੂੰ ਆਰਟੀਕਲ ਸਿਰਫ ਇੱਕ 19 'ਚ ਹੀ ਹੈ, 6 ਦੇ 6। ਠੀਕ ਹੈ, ਤਾਂ ਤੀਸਰਾ ਪਾਰਟ ਕੀ ਕਹਿ ਰਿਹਾ, ਐਸੋਸੀਏਸ਼ਨ ਅਸੀਂ ਬਣਾ ਸਕਦੇ ਹਾਂ। ਚੌਥਾ ਹੈ ਘੁੰਮਣ ਦੀ ਆਜ਼ਾਦੀ, ਤੁਸੀਂ ਦੇਖੋ ਇੰਡੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਘੁੰਮ ਸਕਦੇ ਹੋ, ਪਰ ਇੱਥੇ ਇੱਕ ਚੀਜ਼ ਯਾਦ ਰੱਖਿਓ, ਜਿਹੜਾ ਟਰਾਈਬਲ ਏਰੀਏ ਹੋਣਗੇ ਜੋ ਸ਼ਡਿਊਲਸ ਏਰੀਏ ਘੋਸ਼ਿਤ ਕੀਤੇ ਹੋਣਗੇ ਉੱਥੇ ਅਸੀਂ ਨਹੀਂ ਜਾ ਸਕਦੇ, ਉੱਥੇ ਪਰਮਿਸ਼ਨ ਲੈਣੀ ਪੈਂਦੀ ਹੈ। ਅਦਰਵਾਈਜ਼ ਤੁਸੀਂ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਘੁੰਮ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਇਸ ਕਰਕੇ ਕਿਉਂਕਿ ਸਾਡਾ ਫੰਡਾਮੈਂਟਲ ਰਾਈਟ ਹੈ। ਪੰਜਵਾਂ ਨਿਵਾਸ, ਤੁਸੀਂ ਅੱਜ ਪੰਜਾਬ 'ਚ ਰਹਿ ਰਹੇ ਹੋ, ਕੱਲ੍ਹ ਨੂੰ ਤੁਸੀਂ ਹਰਿਆਣੇ 'ਚ ਜਾ ਕੇ ਰਹਿ ਸਕਦੇ ਹੋ, ਰਾਜਸਥਾਨ 'ਚ ਜਾ ਕੇ ਰਹਿ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕੇਗਾ, ਤੁਹਾਨੂੰ ਕੋਈ ਕਿਸੇ ਸਟੇਟ ਵਾਲਾ ਨਹੀਂ ਕਹੇਗਾ ਕਿ ਇੱਥੇ ਆ ਕੇ ਤੁਸੀਂ ਹੁਣ ਜਿਹੜੀ ਹੈ ਨਹੀਂ ਰਹਿ ਸਕਦੇ, ਜਾਂ ਇੱਥੋਂ ਦੀ ਇੱਥੇ ਆ ਕੇ ਤੁਸੀਂ ਆਪਣੀ ਜਿਹੜੀ ਰੈਜ਼ੀਡੈਂਸ ਨਹੀਂ ਲੈ ਸਕਦੇ। ਨਹੀਂ, ਸਾਡਾ ਮੌਲਿਕ ਅਧਿਕਾਰ ਹੈ, ਅਸੀਂ ਕਿਤੇ ਵੀ ਜਾ ਕੇ ਰਹਿ ਸਕਦੇ ਹਾਂ। ਪਰ ਲੇਕਿਨ ਟਰਾਈਬਲ ਏਰੀਆ ਦੇ ਵਿੱਚ ਉੱਥੇ ਨਹੀਂ ਮਿਲੂਗਾ, ਉੱਥੇ ਰਹਿਣ ਵਾਸਤੇ ਭਾਵੇਂ ਤੁਹਾਡੇ ਕੋਲ ਕਿੰਨੇ ਵੀ ਪੈਸੇ ਹੋਣ, ਲੇਕਿਨ ਤੁਸੀਂ ਉੱਥੇ ਘਰ ਨਹੀਂ ਖਰੀਦ ਸਕਦੇ ਗੌਰਮੈਂਟ ਦੀ ਮਰਜ਼ੀ ਤੋਂ ਬਿਨਾਂ। ਉਸ ਤੋਂ ਬਾਅਦ 6 ਨੰਬਰ ਪੇਸ਼ਾ, ਮਤਲਬ ਕਿੱਤਾ, ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ। ਪਹਿਲਾਂ ਜਿਵੇਂ ਹੁੰਦਾ ਸੀ ਲੋਕ ਜਾਤੀ ਦੇ ਆਧਾਰ 'ਤੇ ਕੰਮ ਕਰਦੇ ਸੀ, ਲੇਕਿਨ ਹੁਣ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ, ਲੇਕਿਨ 1 ਨੰਬਰ ਦੇ ਵਿੱਚ, ਔਰ ਬਣਦਾ ਟੈਕਸ ਜਿਹੜਾ ਗੌਰਮੈਂਟ ਨੂੰ ਦਿੱਤਾ ਜਾਏਗਾ। ਤਾਂ ਇਹ 6 ਦੇ 6 ਜਿਹੜੇ ਅਧਿਕਾਰ ਹੈ ਉਹ ਆਰਟੀਕਲ 19 ਦੇ ਵਿੱਚ ਆਉਂਦੇ ਹੈ। ਇਹ ਅਧਿਕਾਰ ਥੋੜ੍ਹਾ ਧਿਆਨ 'ਚ ਰੱਖਣਾ, ਅੱਗੇ ਜਾ ਕੇ ਇਹਦੀ ਗੱਲ ਕਰਾਂਗੇ, ਬਹੁਤ ਇੰਪੋਰਟੈਂਟ ਹੈ ਸਾਰੇ। ਉਸ ਤੋਂ ਬਾਅਦ ਆਰਟੀਕਲ 20 ਕੀ ਕਹਿੰਦਾ, ਅਪਰਾਧਾਂ ਦੇ ਲਈ ਸਜ਼ਾ ਦੇ ਸੰਬੰਧ ਵਿੱਚ ਸੁਰੱਖਿਆ। ਕੋਈ ਵੀ ਅਪਰਾਧ ਹੁੰਦਾ ਹੈ, ਠੀਕ ਹੈ, ਉਹਦੇ ਲਈ ਜੋ ਸਜ਼ਾ ਮਿਲਦੀ ਹੈ ਉਹਦੇ ਸੰਬੰਧ ਵਿੱਚ ਜਿਹੜੀ ਸੁਰੱਖਿਆ ਪ੍ਰਦਾਨ ਕਰਾਈ ਜਾਂਦੀ ਹੈ ਆਰਟੀਕਲ 20 ਦੇ ਅਕੋਰਡਿੰਗ।
ਆਰਟੀਕਲ 21 ਕੀ ਕਹਿੰਦਾ, ਨਿੱਜੀ ਜੀਵਨ ਦੀ ਸੁਰੱਖਿਆ ਦੀ ਆਜ਼ਾਦੀ। ਯਾਨੀ ਕਿ ਦੇਖੋ, ਨਿੱਜੀ ਜੀਵਨ ਦਾ ਮਤਲਬ ਜਿਹੜੀ ਆ ਆਪਣੀ ਲਾਈਫ ਹੈ, ਹਰ ਕਿਸੇ ਦੀ ਆਪਣੀ ਆਪਣੀ ਲਾਈਫ ਹੈ। ਅਗਰ ਉਹ ਖਤਰੇ ਦੇ ਵਿੱਚ ਹੈ ਤਾਂ ਉਸ ਦੇ ਲਈ ਆਦਮੀ ਕੀ ਕਰ ਸਕਦਾ ਹੈ, ਜਿਹੜਾ ਕੀ ਹੈ ਉਹਦਾ ਫੰਡਾਮੈਂਟਲ ਰਾਈਟ ਅਗਰ ਉਸਨੂੰ ਲੱਗਦਾ ਡਿਸਟਰਬ ਹੋ ਰਿਹਾ ਤਾਂ ਉਹ ਕੋਰਟ ਦੇ ਵਿੱਚ ਜਾ ਸਕਦਾ ਹੈ। ਨਿੱਜੀ ਜੀਵਨ, ਜਿਵੇਂ ਮੰਨ ਲਓ ਕਿਸੇ ਨੇ ਅਬਰੋਡ ਜਾਣਾ, ਸਪੋਜ਼ ਕਰੋ ਇੱਥੇ ਲੱਗਦਾ ਵੀ ਬਿਮਾਰੀ ਫੈਲੀ ਹੋਈ ਹੈ ਜਾਂ ਕੁਛ ਵੀ, ਜੰਗ ਲੱਗ ਰਹੀ ਹੈ ਜਾਂ ਕੁਛ ਵੀ ਹੈ, ਬੰਦਾ ਬਾਹਰ ਜਾਣਾ ਚਾਹੁੰਦਾ ਤਾਂ ਜਾ ਸਕਦਾ, ਕਿਉਂਕਿ ਉਹਦੀ ਨਿੱਜੀ ਜ਼ਿੰਦਗੀ, ਉਹ ਨਹੀਂ ਰਹਿਣਾ ਚਾਹੁੰਦਾ ਇਸ ਮਾਹੌਲ ਦੇ ਵਿੱਚ, ਉਹ ਜਾਣਾ ਚਾਹੁੰਦਾ। ਤਾਂ ਆਰਟੀਕਲ 21 ਇਹ ਕਹਿੰਦਾ, ਉਸਨੂੰ ਇਹ ਨਹੀਂ ਕਿਹਾ ਜਾਏਗਾ ਕਿ ਤੂੰ ਬਈ ਇੱਥੋਂ ਨਹੀਂ ਜਾ ਸਕਦਾ। ਉਹ ਗੱਲ ਵੱਖਰੀ ਹੈ ਕਿ ਅਗਰ ਗੌਰਮੈਂਟ ਫਲਾਈਟਸ ਬੰਦ ਕਰ ਦਿੰਦੀ ਹੈ ਨਾ, ਪਰ ਉਹ ਇਹਦੇ ਵਿੱਚ ਨਹੀਂ ਆਉਂਦਾ। ਲੇਕਿਨ ਨਿੱਜੀ ਜੀਵਨ ਦਾ ਅਧਿਕਾਰ ਹੈ, ਬਸ ਇੰਨਾ ਯਾਦ ਰੱਖਣਾ ਕਿ ਗੌਰਮੈਂਟ ਕੋਈ ਵੀ ਅੱਜ ਕਾਨੂੰਨ ਨਹੀਂ ਲਿਆ ਸਕਦੀ ਜਿਹਦੇ ਵਿੱਚ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਖਤਰਾ ਹੋਵੇ। ਤਾਂ ਆਰਟੀਕਲ 21 ਇਹ ਕਹਿੰਦਾ। ਆਰਟੀਕਲ 21 ਇਹ ਵੀ ਹੈ ਇੱਕ ਮੁੱਢਲੀ ਸਿੱਖਿਆ ਦਾ ਅਧਿਕਾਰ, ਯਾਨੀ ਕਿ ਐਲੀਮੈਂਟਰੀ ਜਿਹੜੀ ਸਕੂਲ ਦੇ ਵਿੱਚ ਜਿਹੜੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਉਹ ਆਰਟੀਕਲ 21 ਹੈ। ਇਹ 86ਵੇਂ ਸੰਵਿਧਾਨਿਕ ਸੰਸ਼ੋਧਨ 2002 ਦੇ ਵਿੱਚ ਜੋੜਿਆ ਗਿਆ ਸੀ 21A। ਠੀਕ ਹੈ, ਮੌਲਿਕ ਅਧਿਕਾਰ ਹੈ ਵੀ ਮੁੱਢਲੀ ਸਿੱਖਿਆ ਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹਾਇਰ ਲੈਵਲ 'ਤੇ ਵੀ ਐਜੂਕੇਸ਼ਨ ਮਿਲੇ। ਇਹ ਸਿਰਫ ਅਤੇ ਸਿਰਫ ਜਿਹੜੀ ਹੈ 14 ਸਾਲ ਤੱਕ ਦੇ ਬੱਚਿਆਂ ਨੂੰ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੇ ਲਈ ਹੈ। ਠੀਕ ਹੈ, ਕੁਝ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਅਤੇ ਨਜ਼ਰਬੰਦੀ ਤੋਂ ਸੁਰੱਖਿਆ, ਯਾਨੀ ਕਿ ਡਿਟੈਂਸ਼ਨ ਦੇ ਵਿੱਚ ਜਦੋਂ ਗੌਰਮੈਂਟ ਨੂੰ ਲੱਗਦਾ ਹੈ ਕਿ ਵੀ ਖਤਰਾ ਹੈ ਇਸ ਬੰਦੇ ਨੂੰ ਜਾਂ ਇਸ ਬੰਦੇ ਤੋਂ, ਤਾਂ ਉਸ ਨੂੰ ਬਿਨਾਂ ਦੱਸੇ ਜਿਹੜਾ ਕਿ ਇਹ ਨਜ਼ਰਬੰਦ ਕਰ ਦਿੱਤਾ ਜਾ ਸਕਦਾ ਹੈ। ਤਾਂ ਕੁਝ ਮਾਮਲਿਆਂ ਦੇ ਵਿੱਚ ਯਾਦ ਰੱਖਣਾ, ਗ੍ਰਿਫਤਾਰੀ ਅਤੇ ਨਜ਼ਰਬੰਦੀ ਤੋਂ ਸੁਰੱਖਿਆ ਦਾ ਆਰਟੀਕਲ ਹੈ ਇਹ 22। ਜਿਵੇਂ ਹੁਣ ਆਪਾਂ ਨੂੰ ਪਤਾ ਹੈ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਉਸ ਨੂੰ 2 ਯੂਟੀਆਂ ਬਣਾਈਆਂ ਸੀ, ਤਾਂ ਉੱਥੋਂ ਦੇ ਜਿਹੜੇ ਬਹੁਤ ਸਾਰੇ ਲੀਡਰ ਸੀ, ਪਤਾ ਸੀ ਵੀ ਇਹ ਯੂਟੀ ਬਣਨ 'ਤੇ, ਸਟੇਟ ਦਾ ਦਰਜਾ ਖੋਹਣ 'ਤੇ, ਆਰਟੀਕਲ 370 ਹਟਾਉਣ 'ਤੇ ਇਹ ਥੋੜ੍ਹਾ ਜਿਹਾ ਲੋਕਾਂ ਨੂੰ ਭੜਕਾ ਸਕਦੇ, ਇਸ ਕਰਕੇ ਉਹਨਾਂ ਨੂੰ ਡਿਟੈਂਸ਼ਨ 'ਤੇ ਲੈ ਲਿਆ ਸੀ। ਠੀਕ ਹੈ, ਉਹਨਾਂ ਨੂੰ ਡਿਟੈਂਸ਼ਨ 'ਤੇ ਲੈ ਲਿਆ ਸੀ। ਜਦੋਂ ਕੋਰਟ ਦੇ ਵਿੱਚ ਕੇਸ ਗਿਆ ਕਿ ਸਾਨੂੰ ਕਿਉਂ ਕੈਦ ਕੀਤਾ ਹੋਇਆ, ਕਿਉਂ ਡਿਟੈਂਸ਼ਨ 'ਤੇ ਲਿਆ ਹੋਇਆ, ਤਾਂ ਸੁਪਰੀਮ ਕੋਰਟ ਨੇ ਫਿਰ ਦੱਸਿਆ ਸੀ ਕਿ ਤੁਹਾਡੀ ਡਿਟੈਂਸ਼ਨ ਜਿਹੜੀ ਹੈ ਉਹ ਜਾਇਜ਼ ਹੈ, ਗੌਰਮੈਂਟ ਨੂੰ ਲੱਗਦਾ ਕਿ ਤੁਹਾਡੇ ਤੋਂ ਖਤਰਾ, ਇਸ ਕਰਕੇ ਤੁਹਾਡੀ ਜਿਹੜੀ ਕੀ ਹੈ ਡਿਟੈਂਸ਼ਨ ਉਹ ਜਾਇਜ਼ ਹੈ। ਤਾਂ ਆਰਟੀਕਲ 22 ਇਹ ਕਹਿੰਦਾ। ਠੀਕ ਹੈ, ਔਰ ਆਰਟੀਕਲ 22 ਦੇ ਵਿੱਚ ਇਹ ਵੀ ਯਾਦ ਰੱਖਣਾ ਕਿ ਜਿਹੜਾ ਹੈ ਜਿਸ ਨੂੰ ਵੀ ਮਤਲਬ ਕਿ ਕੈਦ ਕੀਤਾ ਜਾਂਦਾ 24 ਘੰਟੇ ਦੇ ਅੰਦਰ ਅੰਦਰ ਨੇੜੇ ਦੀ ਮੈਜਿਸਟ੍ਰੇਟ ਦੇ ਵਿੱਚ ਪੇਸ਼ ਕਰਨਾ ਹੁੰਦਾ ਹੈ, ਔਰ ਉਹ ਆਪਣੀ ਮਰਜ਼ੀ ਦਾ ਵਕੀਲ ਵੀ ਕਰ ਸਕਦਾ ਅਤੇ ਉਸਨੂੰ ਕਾਰਨ ਵੀ ਦੱਸਣਾ ਪੈਂਦਾ ਕਿਉਂ ਕੀਤਾ ਗਿਆ। ਇਹ ਸਾਰੇ ਆਰਟੀਕਲ 22 ਦੇ ਵਿੱਚ ਹੈ, ਧਿਆਨ ਨਾਲ ਥੋੜ੍ਹੇ ਜਿਹੇ ਕਰਨੇ ਆ। ਉਸ ਤੋਂ ਬਾਅਦ ਆਰਟੀਕਲ 23 ਅਤੇ 24 ਹੈ ਸ਼ੋਸ਼ਣ ਦੇ ਖਿਲਾਫ ਅਧਿਕਾਰ। ਸ਼ੋਸ਼ਣ ਦੇ ਖਿਲਾਫ ਕਿਵੇਂ, ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ, ਮਨੁੱਖਾਂ ਦਾ ਵਪਾਰ ਹੁੰਦਾ ਸੀ। ਜਿਵੇਂ ਅਸੀਂ ਪੜ੍ਹਿਆ ਮੁਹੰਮਦ ਗੋਰੀ ਦਾ ਗੁਲਾਮ ਕੁਤਬਦੀਨ ਐਬਕ ਸੀ, ਕੁਤਬਦੀਨ ਐਬਕ ਦਾ ਇਲਤੁਤਮਿਸ਼ ਦਾ ਜਿਹੜਾ ਗੁਲਾਮ ਸੀਗਾ ਬਲਬਨ ਸੀ। ਅਤੇ ਸਾਰੇ ਪਹਿਲਾਂ ਹੁੰਦਾ ਸੀ, ਪਹਿਲਾਂ ਇੱਕ ਦੂਸਰੇ ਨੂੰ ਖਰੀਦ ਲੈਂਦੇ ਸੀ, ਵਪਾਰ ਹੁੰਦਾ ਸੀਗਾ ਮਨੁੱਖਾਂ ਦਾ। ਅਤੇ ਜਬਰੀ ਮਜ਼ਦੂਰੀ ਦੀ ਵੀ ਮਨਾਹੀ ਕੀਤੀ ਗਈ ਸੀ, ਮਤਲਬ ਜ਼ਬਰਦਸਤੀ ਕਿਸੇ ਤੋਂ ਕੋਈ ਧੱਕੇ ਨਾਲ ਮਜ਼ਦੂਰੀ ਜਾਂ ਕੋਈ ਕੰਮ ਨਹੀਂ ਲੈ ਸਕਦੇ। ਇਹ ਸਾਰਾ ਜਿਹੜਾ ਆਰਟੀਕਲ ਕੀ ਹੈ 23 ਦੇ ਵਿੱਚ ਹੈ, ਕਿਉਂਕਿ ਇਹ ਸ਼ੋਸ਼ਣ ਹੁੰਦਾ। ਅਗਰ ਕਿਸੇ ਨੂੰ ਮਨੁੱਖ ਨੂੰ ਵੇਚਾਂਗੇ, ਇੱਕ ਤੋਂ ਲੈ ਕੇ ਦੂਸਰੇ ਤੋਂ ਵੇਚਤਾ, ਜਾਂ ਫਿਰ ਕੋਈ ਜ਼ਬਰਦਸਤੀ ਕਿਸੇ ਤੋਂ ਕੰਮ ਕਰਾ ਰਹੇ, ਤਾਂ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੋ ਰਿਹਾ, ਇਸ ਕਰਕੇ ਇਹਨੂੰ ਕਿਹਾ ਸ਼ੋਸ਼ਣ ਦੇ ਖਿਲਾਫ ਅਧਿਕਾਰ। ਆਰਟੀਕਲ 23 ਇਹ ਕਹਿੰਦਾ। ਆਰਟੀਕਲ 24 ਕੀ ਕਹਿੰਦਾ ਕਿ ਜਿਹੜੇ ਛੋਟੇ ਬੱਚੇ 14 ਸਾਲ ਤੋਂ, ਉਹ ਫੈਕਟਰੀਆਂ ਦੇ ਵਿੱਚ ਬਾਲ ਮਜ਼ਦੂਰੀ ਦੀ ਮਨਾਹੀ ਹੈ, ਕਿ ਫੈਕਟਰੀ ਵਿੱਚ ਕੰਮ ਨਹੀਂ ਕਰ ਸਕਦੇ 14 ਸਾਲ ਤੱਕ ਦੇ ਬੱਚੇ, ਕਿਉਂਕਿ ਫੈਕਟਰੀਆਂ ਦੇ ਵਿੱਚ ਹਾਨੀਕਾਰਕ ਜਿਹੜੇ ਹੈਗੇ ਗੈਸਿਸ ਵੀ ਹੋ ਸਕਦੀ ਹੈ, ਜਾਂ ਫਿਰ ਖਤਰਨਾਕ ਕੰਮ ਹੋ ਸਕਦੇ, ਭਾਰੇ ਕੰਮ ਹੋ ਸਕਦੇ, ਤਾਂ ਬੱਚੇ ਦੀ ਲਾਈਫ 'ਤੇ ਅਸਰ ਪੈਂਦਾ। ਇਸ ਕਰਕੇ ਆਰਟੀਕਲ 24 ਇਹ ਕਹਿੰਦਾ ਕਿ ਫੈਕਟਰੀਆਂ ਦੇ ਵਿੱਚ ਬਾਲ ਮਜ਼ਦੂਰੀ ਦੀ ਮਨਾਹੀ ਹੈ। ਉਸ ਤੋਂ ਬਾਅਦ ਹੈ ਜੀ ਧਰਮ ਦੀ ਆਜ਼ਾਦੀ ਦਾ ਅਧਿਕਾਰ। ਆਰਟੀਕਲ 25, 26, 27, 28 ਇਹ ਧਰਮ ਦੀ ਆਜ਼ਾਦੀ ਦਿੰਦਾ ਹੈ। ਕਿਵੇਂ ਧਰਮ ਦੀ ਆਜ਼ਾਦੀ ਦਿੰਦਾ ਕਿ ਕਿਸੇ ਵੀ ਧਰਮ ਨੂੰ ਤੁਸੀਂ ਮੰਨ ਸਕਦੇ ਹੋ, ਪ੍ਰਚਾਰ ਕਰ ਸਕਦੇ ਹੋ, ਤੁਹਾਡੀ ਸੁਤੰਤਰਤਾ। ਆਰਟੀਕਲ 25 ਇਹ ਕਹਿੰਦਾ ਹੈ। ਆਰਟੀਕਲ 26 ਕੀ ਕਹਿੰਦਾ ਹੈ, ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ ਦੀ ਆਜ਼ਾਦੀ। ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ, ਦੇਖੋ ਕੋਈ ਵੀ ਧਾਰਮਿਕ ਮਾਮਲਾ, ਜਿਵੇਂ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ SGPC ਜਿਹੜੀ ਹੈਗੀ ਉਹ ਆਪਣੇ ਧਰਮ ਨੂੰ, ਯਾਨੀ ਕਿ ਸਿੱਖ ਧਰਮ ਨੂੰ ਜਿਹੜਾ ਹੈਗਾ ਉਹ ਆਪਦੇ ਹਿਸਾਬ ਨਾਲ ਜਿਹੜੀ ਪ੍ਰਮੋਟ ਕਰਦੀ ਹੈ ਜਾਂ ਚਲਾਉਂਦੀ ਹੈ। ਤਾਂ ਇਹ ਆਰਟੀਕਲ 26 ਉਹਨਾਂ ਨੇ ਜਿਹੜਾ 26 ਦੇ ਅਕੋਰਡਿੰਗ ਉਹਨਾਂ ਨੂੰ ਅਧਿਕਾਰ ਮਿਲਿਆ, ਮਤਲਬ ਹਰ ਧਰਮ ਵਾਲਿਆਂ ਨੂੰ ਮਿਲਿਆ। ਤਾਂ ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਸਾਨੂੰ ਆਰਟੀਕਲ 26 ਤੋਂ ਮਿਲਦੀ ਹੈ। ਉਸ ਤੋਂ ਬਾਅਦ ਗੱਲ ਕਰੀਏ ਆਰਟੀਕਲ 27 ਕੀ ਕਹਿੰਦਾ ਹੈ। ਆਰਟੀਕਲ 27 ਕਹਿੰਦੇ ਕਿ ਕਿਸੇ ਵੀ ਵਿਸ਼ੇਸ਼ ਧਰਮ ਦੇ ਵਿਕਾਸ ਵਾਸਤੇ, ਯਾਨੀ ਕਿਸੇ ਵੀ ਧਰਮ ਨੂੰ ਉੱਪਰ ਚੱਕਣ ਵਾਸਤੇ ਧਰਮ ਦੇ ਨਾਮ 'ਤੇ ਟੈਕਸ ਨਹੀਂ ਲਿਆ ਜਾਊਗਾ। ਠੀਕ ਹੈ, ਟੈਕਸ ਨਾ ਦੇਣ ਦੀ ਆਜ਼ਾਦੀ ਹੈ, ਵੀ ਟੈਕਸ ਨਹੀਂ ਦਿੱਤਾ ਜਾਊਗਾ ਕਿਸੇ ਇੱਕ ਧਰਮ ਦੀ ਵਿਕਾਸ ਵਾਸਤੇ। ਆਰਟੀਕਲ 27 ਇਹ ਕਹਿੰਦਾ। ਆਰਟੀਕਲ 28 ਕੀ ਕਹਿੰਦਾ ਕਿ ਜੋ ਵੀ ਸਰਕਾਰੀ ਸੰਸਥਾਵਾਂ ਹੈ, ਕੋਈ ਵਿੱਦਿਅਕ ਸੰਸਥਾਵਾਂ, ਚਾਹੇ ਕਾਲਜ ਹੈ ਜਾਂ ਸਕੂਲ ਹੈ, ਉਹਦੇ ਵਿੱਚ ਕਿਸੇ ਵੀ ਧਰਮ ਨੂੰ ਪ੍ਰਮੋਟ ਕਰਨ ਦੇ ਵਾਸਤੇ ਧਾਰਮਿਕ ਵਿੱਦਿਆ ਦੀ ਮਨਾਹੀ ਹੈ। ਠੀਕ ਹੈ, ਲੇਕਿਨ ਇਸ ਚੀਜ਼ ਦੀ ਇੱਕ ਗੱਲ ਉੱਠੀ ਸੀਗੀ ਕਿ ਜਿਹੜੀ ਆਪਣਾ +2 ਦਾ ਜਿਹੜਾ ਸਿਲੇਬਸ ਹੈ ਹਿਸਟਰੀ ਦਾ, ਉਹਦੇ ਵਿੱਚ ਸਿਰਫ ਗੁਰੂਆਂ ਬਾਰੇ ਪੜ੍ਹਾਇਆ ਜਾਂਦਾ ਨਹੀਂ,
ਦੇਖੋ ਜੋ ਹਿਸਟਰੀ ਦੇ ਵਿੱਚ ਹੋਈ ਹੈ ਪੰਜਾਬ ਦੀ ਉਹੀ ਪੜ੍ਹਾਇਆ ਜਾ ਰਿਹਾ, ਤਾਂ ਉਹ ਇਸ ਚੀਜ਼ ਦੇ ਵਿੱਚ ਨਹੀਂ ਹੈ। ਠੀਕ ਹੈ, ਥੋੜ੍ਹਾ ਜਿਹਾ ਹੋਇਆ ਸੀ, ਲੇਕਿਨ ਸਾਡੀ ਪੰਜਾਬ ਦੀ ਜਦੋਂ ਹਿਸਟਰੀ ਇਹ ਹੈ ਗੁਰੂਆਂ ਬਾਰੇ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਬਾਰੇ, ਤਾਂ ਸਾਰਾ ਹੀ ਪੜ੍ਹਾਇਆ ਜਾਂਦਾ ਹੈ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ। ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਤੁਹਾਡੇ ਦਿਮਾਗ 'ਚ ਇਹ ਨਾ ਆਵੇ ਕਿ +2 ਦੀ ਬੁੱਕ ਤਾਂ ਸਾਰੀ ਇੱਕ ਕਿਸੇ ਖਾਸ ਧਰਮ ਬਾਰੇ ਪੜ੍ਹਾਈ ਹੈ, ਪਰ ਨਹੀਂ, ਇੱਦਾਂ ਨਹੀਂ ਹੈ। ਉਹ ਹਿਸਟਰੀ 'ਚ ਜੋ ਹੋਇਆ ਸੀ ਉਹੀ ਪੜ੍ਹਾਈ ਜਾ ਰਹੀ ਹੈ ਪੰਜਾਬ ਦੀ ਹਿਸਟਰੀ 'ਚ। ਉਸ ਤੋਂ ਬਾਅਦ ਗੱਲ ਕਰਦੇ ਹਾਂ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ। ਆਰਟੀਕਲ 29 ਤੇ 30 ਕੀ ਕਹਿੰਦਾ ਹੈ? ਦੇਖੋ, ਜੋ ਘੱਟ ਗਿਣਤੀਆਂ ਨੇ, ਚਾਹੇ ਮੁਸਲਿਮ ਹੈ, ਸਿੱਖ ਹੈ, ਯਾਨੀ ਕਿ ਹਿੰਦੂ ਨੂੰ ਛੱਡ ਕੇ ਬਾਕੀ ਸਾਰੇ ਸਭ ਘੱਟ ਗਿਣਤੀ 'ਚ ਆਉਂਦੇ ਆ। ਹੁਣ ਘੱਟ ਗਿਣਤੀ 'ਚ ਇਕੱਲੇ ਧਰਮ ਦੇ ਆਧਾਰ 'ਤੇ ਨਹੀਂ ਆਉਂਦੇ, ਸੱਭਿਆਚਾਰ ਦੇ ਆਧਾਰ 'ਤੇ ਕਿਸੇ ਤਰੀਕੇ ਨਾਲ ਵੀ ਆ ਸਕਦੇ, ਬੋਲੀ ਦੇ ਆਧਾਰ 'ਤੇ ਵੀ ਆ ਸਕਦੇ, ਉਹ ਵੀ ਘੱਟ ਗਿਣਤੀਆਂ ਦੇ ਵੀ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਮੰਨ ਲਓ ਘੱਟ ਹੈ, ਲੋਕ ਘੱਟ ਹੈ, ਤਾਂ ਉਹ ਘੱਟ ਗਿਣਤੀ ਦੇ ਵਿੱਚ ਆਉਂਦੇ ਆ। ਠੀਕ ਹੈ, ਘੱਟ ਗਿਣਤੀ ਵਾਲਿਆਂ ਨੂੰ ਆਪਣੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਜਿਹੜਾ ਉਹ 29 ਹੈ ਕਿ ਬਈ ਘੱਟ ਗਿਣਤੀ ਵਾਲੇ ਜਿਹੜੇ ਆ ਆਪਣੇ ਸੱਭਿਆਚਾਰ ਨੂੰ, ਆਪਣੇ ਕਲਚਰ ਨੂੰ ਸੁਰੱਖਿਅਤ ਰੱਖ ਸਕਦੇ ਆ, ਉਹ ਆਪਣੇ ਹਿਸਾਬ ਨਾਲ ਉਸ ਕਲਚਰ ਨੂੰ ਚਲਾ ਸਕਦੇ ਆ। ਅਤੇ ਆਰਟੀਕਲ 29 ਇਹ ਕਹਿੰਦਾ। ਆਰਟੀਕਲ 30 ਕੀ ਕਹਿੰਦਾ? ਆਰਟੀਕਲ 30 ਕਹਿੰਦਾ ਹੈ ਕਿ ਘੱਟ ਗਿਣਤੀਆਂ ਨੂੰ ਵਿੱਦਿਅਕ ਸੰਸਥਾਵਾਂ ਖੋਲ੍ਹਣ ਅਤੇ ਪ੍ਰਬੰਧ ਕਰਨ ਦਾ ਅਧਿਕਾਰ ਹੈ। ਜਿਵੇਂ ਹੁਣ ਤੁਸੀਂ ਦੇਖੋ ਬਹੁਤ ਸਾਰੇ, ਜਿਵੇਂ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਯੂਨੀਵਰਸਿਟੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਤਾਂ ਪੂਰੀ ਜਿਹੜਾ ਕੀ ਹੈ ਇੱਕ ਧਰਮ ਦੇ ਅਕੋਰਡਿੰਗ, ਤੁਸੀਂ ਸਕੂਲ ਵੀ ਦੇਖੇ ਹੋਣਗੇ, ਜਿਵੇਂ ਬਹੁਤ ਸਾਰੇ ਸਕੂਲ ਹੈਗੇ ਆ, ਠੀਕ ਹੈ, ਉਹ ਸਾਰੇ ਧਰਮ ਦੇ ਆਧਾਰ 'ਤੇ ਜਿਵੇਂ ਖੋਲ੍ਹੇ ਹੁੰਦੇ ਆ, ਲੇਕਿਨ ਉਹ ਖੋਲ੍ਹ ਸਕਦੇ ਆ, ਠੀਕ ਹੈ, ਸੰਸਥਾਵਾਂ ਖੋਲ੍ਹ ਸਕਦੇ ਆਪਣੇ ਧਰਮ ਨੂੰ ਪ੍ਰਮੋਟ ਕਰਨ ਦੇ ਲਈ ਅਤੇ ਆਪਣੇ ਹਿਸਾਬ ਨਾਲ ਪੜ੍ਹਾਉਣ ਲਈ। ਲੇਕਿਨ ਉੱਥੇ ਸਿਲੇਬਸ ਅਗਰ ਉਹਦੇ 'ਚ ਗੌਰਮੈਂਟ ਦਾ ਕੋਈ ਪੈਸਾ ਨਹੀਂ ਲੱਗ ਰਿਹਾ, ਕਿਸੇ ਖਾਸ ਧਰਮ ਨੇ ਕੋਈ ਕਾਲਜ ਖੋਲ੍ਹਿਆ, ਜਿਵੇਂ ਹਿੰਦੂ ਕਾਲਜ ਹੈਗਾ, ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਹੈਗੀ ਮੁਸਲਮਾਨਾਂ ਦੀ, ਤਾਂ ਉੱਥੇ ਉਹ ਆਪਦੀ, ਅਗਰ ਉਹਨਾਂ ਨੇ ਪਰਸਨਲ ਖੋਲ੍ਹੀ ਆ, ਉੱਥੇ ਉਹ ਆਪਦੇ ਧਰਮ ਦੇ ਬਾਰੇ ਪੜ੍ਹਾ ਸਕਦੇ ਆ, ਉੱਥੇ ਕੋਈ ਮਨਾਹੀ ਨਹੀਂ। ਹਾਂ, ਅਗਰ ਸਰਕਾਰ ਵੱਲੋਂ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਗਰਾਂਟ ਜਾਰੀ, ਤਾਂ ਫਿਰ ਨਹੀਂ ਉਹ ਪੜ੍ਹਾ ਸਕਦੇ। ਤਾਂ ਘੱਟ ਗਿਣਤੀਆਂ ਨੂੰ ਇਹ ਸੰਸਥਾਵਾਂ ਜਿਹੜੀਆਂ ਖੋਲ੍ਹਣ ਦੀ ਪ੍ਰਬੰਧ ਕਰਨ ਦਾ ਅਧਿਕਾਰ ਹੈਗਾ ਆਰਟੀਕਲ 30 ਦੇ ਅਕੋਰਡਿੰਗ। ਹੁਣ ਆਰਟੀਕਲ 31 ਦਾ ਸਾਨੂੰ ਪਤਾ ਡਿਲੀਟ ਹੀ ਕਰ ਦਿੱਤਾ ਗਿਆ। ਹੁਣ ਆਰਟੀਕਲ 32 ਦੀ ਗੱਲ ਕਰੀਏ। ਆਰਟੀਕਲ 32 ਕਹਿੰਦਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਯਾਨੀ ਕਿ ਕੋਈ ਵੀ ਵਿਅਕਤੀ ਅਗਰ ਉਹਦਾ ਫੰਡਾਮੈਂਟਲ ਰਾਈਟ ਡਿਸਟਰਬ ਹੁੰਦਾ ਤਾਂ ਆਰਟੀਕਲ 32 ਦੇ ਅਕੋਰਡਿੰਗ ਉਹ ਸੁਪਰੀਮ ਕੋਰਟ ਜਾ ਸਕਦਾ ਹੈ। ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ 'ਤੇ ਸੁਪਰੀਮ ਕੋਰਟ ਕੋਲ ਜਾਣ ਦਾ ਉਸਨੂੰ ਅਧਿਕਾਰ ਹੈ। ਲੇਕਿਨ ਅਗਰ ਉਸਨੇ ਹਾਈ ਕੋਰਟ 'ਚ ਜਾਣਾ ਫਿਰ ਆਰਟੀਕਲ 226 ਦੇ ਅਕੋਰਡਿੰਗ ਜਾਏਗਾ। ਹੁਣ ਗੱਲ ਕਰਦੇ ਹਾਂ ਮੌਲਿਕ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ। ਹੁਣ ਵਿਸ਼ੇਸ਼ਤਾਵਾਂ ਕੀ ਇਹਦੀ? ਪਹਿਲੀ ਵਿਸ਼ੇਸ਼ਤਾ ਤਾਂ ਇਹ ਹੈ ਕਿ ਸੰਵਿਧਾਨ ਦੇ ਦੁਆਰਾ ਗਰੰਟੀਸ਼ੁਦਾ, ਕਿ ਸੰਵਿਧਾਨ ਇਹ ਕਹਿੰਦਾ ਕਿ ਸਭ ਨੂੰ ਮੌਲਿਕ ਅਧਿਕਾਰ ਮਿਲਣਗੇ ਬਿਨਾਂ ਕਿਸੇ ਭੇਦਭਾਵ ਦੇ। ਨੰਬਰ 1 ਕੀ ਕਹਿੰਦਾ ਹੈ? ਇਹਨਾਂ ਵਿੱਚੋਂ ਕੁਝ ਮੌਲਿਕ ਅਧਿਕਾਰ ਹੈ ਜਿਹੜੇ ਉਹ ਸਿਰਫ ਅਤੇ ਸਿਰਫ ਨਾਗਰਿਕਾਂ ਲਈ ਉਪਲਬਧ ਹੈ, ਜਦ ਕਿ ਬਾਕੀ ਮੌਲਿਕ ਅਧਿਕਾਰ ਸਾਰੇ ਵਿਅਕਤੀਆਂ ਲਈ ਉਪਲਬਧ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕੁਝ ਮੌਲਿਕ ਅਧਿਕਾਰ ਤਾਂ ਸਿਰਫ ਅਤੇ ਸਿਰਫ ਦੇਖੋ ਨਾਗਰਿਕਾਂ ਨੂੰ ਤਾਂ ਸਾਰੇ ਅਧਿਕਾਰ ਹੀ ਹੈ, ਲੇਕਿਨ ਕੁਝ ਅਧਿਕਾਰ ਇਹੋ ਜਿਹੇ ਜਿਹੜੇ ਵਿਦੇਸ਼ੀਆਂ ਨੂੰ ਦਿੱਤੇ ਜਾਂਦੇ, ਲੇਕਿਨ ਸਾਰੇ ਨਹੀਂ ਦਿੱਤੇ ਜਾਂਦੇ। ਤਾਂ ਇਹਦਾ ਮਤਲਬ ਇਹ ਹੈ ਵੀ ਕੁਝ ਮੌਲਿਕ ਅਧਿਕਾਰ ਤਾਂ ਸਿਰਫ ਅਤੇ ਸਿਰਫ ਨਾਗਰਿਕਾਂ ਨੂੰ ਦਿੱਤੇ ਜਾਂਦੇ ਆ, ਜਦ ਕਿ ਬਾਕੀ ਸਾਰੇ ਜਿਹੜੇ ਮੌਲਿਕ ਅਧਿਕਾਰ ਨਾਗਰਿਕਾਂ ਨੂੰ ਵੀ ਦਿੱਤੇ ਜਾਂਦੇ, ਵਿਦੇਸ਼ੀਆਂ ਨੂੰ ਦਿੱਤੇ ਜਾਂਦੇ, ਜਾਂ ਕਾਨੂੰਨੀ ਕਾਰਪੋਰੇਸ਼ਨ ਜਾਂ ਕੰਪਨੀਆਂ ਵਰਗੇ ਵਿਅਕਤੀਆਂ ਨੂੰ ਵੀ ਦਿੱਤੇ ਜਾਂਦੇ। ਇਹ ਧਿਆਨ ਰੱਖਣਾ, ਇਕੱਲੇ ਨਾਗਰਿਕ ਅਤੇ ਵਿਦੇਸ਼ੀ ਹੀ ਨਹੀਂ ਇਹਦੇ ਵਿੱਚ ਆਉਂਦੇ, ਕਾਨੂੰਨੀ ਕਾਰਪੋਰੇਸ਼ਨ ਜਾਂ ਕੰਪਨੀਆਂ ਵਰਗੇ ਜਿਹੜੇ ਵਿਅਕਤੀ ਆ, ਜਿਹੜੇ ਕਿ ਇੱਕ ਕੰਪਨੀ ਨੂੰ ਵੀ ਆਪਾਂ ਕਹਿ ਸਕਦੇ ਹਾਂ, ਕੰਪਨੀ ਨੂੰ ਵੀ ਇੱਥੇ ਵਿਅਕਤੀ ਦੇ ਤੌਰ 'ਤੇ ਮੰਨਿਆ ਗਿਆ। ਹੁਣ ਰਾਜ ਉਹਨਾਂ 'ਤੇ ਵਾਜਬ ਪਾਬੰਦੀਆਂ ਲਗਾ ਸਕਦਾ ਹੈ। ਇਹ ਗੱਲ ਯਾਦ ਰੱਖਣਾ ਕਿ ਜਿਹੜੀ ਸਟੇਟ ਹੈ, ਯਾਨੀ ਕਿ ਸੰਸਦ ਹੋ ਗਈ ਜਾਂ ਸਟੇਟ ਹੋ ਗਈ, ਉਹਨਾਂ 'ਤੇ ਵਾਜਬ ਮਤਲਬ ਜਾਇਜ਼ ਪਾਬੰਦੀਆਂ ਲਗਾ ਸਕਦਾ ਹੈ। ਪਾਬੰਦੀਆਂ ਵਾਜਬ ਹੈਗੀਆਂ ਕਿ ਨਹੀਂ ਹੈਗੀਆਂ, ਇਸ ਦਾ ਫੈਸਲਾ ਅਦਾਲਤ ਕਰੇਗੀ। ਮੰਨ ਲਓ ਕਿਸੇ ਫੰਡਾਮੈਂਟਲ ਰਾਈਟ ਨੂੰ ਰਿਸਟ੍ਰਿਕਟ ਕਰਤਾ, ਲੇਕਿਨ ਹੁਣ ਵਿਅਕਤੀ ਚਲਾ ਗਿਆ ਕੋਰਟ 'ਚ, ਫਿਰ ਸਰਕਾਰ ਫਿਰ ਅਦਾਲਤ ਦੱਸੇਗੀ ਕਿ ਜਿਹੜੀ ਸਰਕਾਰ ਨੇ ਪਾਬੰਦੀ ਲਗਾਈ ਹੈ ਇਸ ਫੰਡਾਮੈਂਟਲ ਰਾਈਟ 'ਤੇ ਉਹ ਜਾਇਜ਼ ਹੈ ਕਿ ਨਾਜਾਇਜ਼ ਹੈ। ਤੀਸਰਾ, ਇਹ ਸਾਰੇ ਰਾਜ ਦੀ ਮਨਮਾਨੀ ਕਾਰਵਾਈ ਦੇ ਖਿਲਾਫ ਉਪਲਬਧ ਹੈ। ਅਸੀਂ ਗੱਲ ਕਰ ਚੁੱਕੇ ਹਾਂ ਕਿ ਫੰਡਾਮੈਂਟਲ ਰਾਈਟ ਜਿਹੜੇ ਆ ਉਹ ਸਰਕਾਰ ਇਹਦੇ ਨਾਲ ਮਨਮਾਨੀ ਨਾ ਕਰੇ, ਉਹਦੇ ਵਾਸਤੇ ਹੀ ਲਗਾਏ ਜਾ ਸਕਦੇ ਆ, ਯਾਨੀ ਕਿ ਦਿੱਤੇ ਗਏ ਆ। ਹਾਲਾਂਕਿ ਉਹਨਾਂ ਵਿੱਚੋਂ ਕੁਝ ਨਿੱਜੀ ਵਿਅਕਤੀ ਦੀ ਕਾਰਵਾਈ ਦੇ ਵਿਰੁੱਧ ਵੀ ਉਪਲਬਧ ਹੈ। ਹੁਣ ਮੰਨ ਲਓ ਇਹ ਜ਼ਰੂਰੀ ਨਹੀਂ ਕਿ ਸਰਕਾਰ ਅਗਰ ਫੰਡਾਮੈਂਟਲ ਰਾਈਟ ਨੂੰ ਡਿਸਟਰਬ ਕਰੇਗੀ ਤਾਂ ਫਿਰ ਹੀ ਵਿਅਕਤੀ ਸੁਪਰੀਮ ਕੋਰਟ ਜਾਏਗਾ। ਕੋਈ ਨਿੱਜੀ ਵਿਅਕਤੀ ਵੀ ਅਗਰ ਕਰਦਾ ਹੈ, ਕੁਛ ਅਧਿਕਾਰ ਹੈ, ਕੁਛ ਮੌਲਿਕ ਅਧਿਕਾਰ ਇਹੋ ਜਿਹੇ, ਅਗਰ ਨਿੱਜੀ ਵਿਅਕਤੀ ਕੋਈ ਵਿਅਕਤੀ ਵੀ ਕਿਸੇ ਵਿਅਕਤੀ ਦੇ ਅਗਰ ਮੌਲਿਕ ਅਧਿਕਾਰ ਦੀ ਉਲੰਘਣਾ ਕਰਦਾ ਤਾਂ ਵੀ ਵਿਅਕਤੀ ਜਿਹੜਾ ਸੁਪਰੀਮ ਕੋਰਟ 'ਚ ਜਾਂ ਹਾਈ ਕੋਰਟ 'ਚ ਜਾ ਸਕਦਾ ਹੈ। ਚੌਥਾ, ਇਹਨਾਂ ਵਿੱਚੋਂ ਕੁਝ ਵਿਵਹਾਰ ਵਿੱਚ ਨਕਾਰਾਤਮਕ ਹੈ, ਜਦ ਕਿ ਦੂਸਰੇ ਸਕਾਰਾਤਮਕ ਹੈ। ਜਿੱਥੇ ਤਾਂ ਮਨਾਹੀ ਕੀਤੀ ਗਈ ਨਾ ਵੀ ਜਿਵੇਂ ਹੁਣ ਸ਼ੋਸ਼ਣ ਦੇ ਵਿਰੁੱਧ, ਇਹ ਸਾਰੇ ਨਕਾਰਾਤਮਕ ਕਿਸਮ ਦੇ ਆ। ਜਿੱਥੇ ਥੋੜ੍ਹੀ ਪੋਜ਼ੀਟਿਵਿਟੀ ਜੀ ਦਿਖ ਰਹੀ ਹੈ, ਸਮਝ ਲਓ ਉਹ ਸਕਾਰਾਤਮਕ ਕਿਸਮ ਦੇ। ਤਾਂ ਬਸ ਇੰਨਾ ਯਾਦ ਰੱਖਣਾ ਕਿ ਕੁਝ ਜਿਹੜੇ ਮੌਲਿਕ ਅਧਿਕਾਰ ਉਹ ਨਕਾਰਾਤਮਕ ਹੁੰਦੇ ਆ ਅਤੇ ਕੁਝ ਜਿਹੜੇ ਆ ਸਕਾਰਾਤਮਕ, ਯਾਨੀ ਕੁਝ ਪੋਜ਼ੀਟਿਵ ਹੁੰਦੇ, ਕੁਝ ਨੈਗੇਟਿਵ। ਪੰਜਵਾਂ ਕਹਿੰਦਾ ਕਿ ਮੌਲਿਕ ਅਧਿਕਾਰ ਨਿਆਂਯੋਗ ਆ। ਅਸੀਂ ਇੱਕ ਗੱਲ ਨੂੰ ਵਾਰ-ਵਾਰ ਹੀ ਕੀਤਾ ਕਿ ਸੁਪਰੀਮ ਕੋਰਟ ਜਿਹੜੀ ਆ ਮੌਲਿਕ ਅਧਿਕਾਰਾਂ ਦੇ ਬਚਾਅ ਅਤੇ ਗਰੰਟੀ ਦਾ ਖਿਆਲ ਰੱਖਦੀ ਹੈ, ਇਸ ਲਈ ਪੀੜਤ ਵਿਅਕਤੀ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਸਕਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜਿਹੜਾ 7ਵਾਂ ਪੁਆਇੰਟ ਕਹਿ ਰਿਹਾ ਕਿ ਪਰ ਸੰਸਦ ਇਸ ਦੇ ਬੁਨਿਆਦੀ ਢਾਂਚੇ ਨੂੰ ਨਹੀਂ ਬਦਲ ਸਕਦੀ।
ठीक है, यानी कि संसद है जी, सॉरी अपना 6वां पॉइंट से मौलिक अधिकार ਸਥਾਈ नहीं है, मौलिक अधिकार पक्के नहीं है। ठीक है, ਸੰਸਦ ਉਹਨਾਂ ਨੂੰ ਘੱਟ ਵੀ ਕਰ ਸਕਦੀ ਹੈ ਤੇ ਰੱਦ ਵੀ ਕਰ ਸਕਦੀ ਹੈ, ਪਰ ਅਜਿਹਾ ਸੰਸਦ ਸਿਰਫ ਸੰਵਿਧਾਨ ਦੇ ਵਿੱਚ ਸੰਸ਼ੋਧਨ ਰਾਹੀਂ ਹੀ ਕਰ ਸਕਦੀ ਹੈ, ਸੰਵਿਧਾਨ ਨੂੰ ਬਦਲ ਕੇ ਹੀ ਕਰ ਸਕਦੀ ਹੈ, ਨਾ ਕਿ ਸਧਾਰਨ ਕਾਨੂੰਨ ਰਾਹੀਂ। ਪਰ ਹੁਣ ਦੇਖੋ ਗੱਲ ਆ ਗਈ ਕਿ ਰੱਦ ਕਰ ਸਕਦੀ ਹੈ, ਪਰ ਸੰਸਦ ਇਸ ਦੇ ਬੁਨਿਆਦੀ ਢਾਂਚੇ ਨੂੰ ਨਹੀਂ ਬਦਲ ਸਕਦੀ। ਅਗਰ 14 ਆਰਟੀਕਲ ਇਹ ਕਹਿੰਦਾ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹੈ, ਤਾਂ ਕਦੇ ਵੀ ਇਹ ਚੀਜ਼ ਨਹੀਂ ਬਦਲੀ ਹੋਊਗੀ, ਕਾਨੂੰਨ ਦੇ ਸਾਹਮਣੇ ਹਮੇਸ਼ਾ ਹੀ ਸਾਰੇ ਬਰਾਬਰ ਰਹਿਣਗੇ ਹੀ ਰਹਿਣਗੇ। ਉਸ ਤੋਂ ਬਾਅਦ 8ਵਾਂ ਪੁਆਇੰਟ ਹੈ, ਉਹਨਾਂ ਨੂੰ ਰਾਸ਼ਟਰੀ ਸੰਕਟ ਦੇ ਦੌਰਾਨ ਮੁਅੱਤਲ ਕੀਤਾ ਜਾ ਸਕਦਾ, ਉਹਨਾਂ ਨੂੰ ਮਤਲਬ ਮੌਲਿਕ ਅਧਿਕਾਰਾਂ ਨੂੰ। ਇਹ ਦੇਖੋ ਰਾਸ਼ਟਰੀ ਸੰਕਟ ਆਰਟੀਕਲ 352 ਦੇ ਅਕੋਰਡਿੰਗ ਲੱਗਦਾ ਹੈ। ਧਿਆਨ ਰੱਖਣਾ ਦੋ ਕੰਡੀਸ਼ਨਸ ਹੁੰਦੀਆਂ, ਇੱਕ ਤਾਂ ਹੁੰਦਾ ਕਿ ਦੇਸ਼ ਦੇ ਅੰਦਰ ਕੋਈ ਹਥਿਆਰਬੰਦ ਬਗਾਵਤ ਹੈ, ਇੱਕ ਹੈ ਕਿ ਬਾਰਡਰ 'ਤੇ ਕੋਈ ਬਾਹਰਲੇ ਜਿਵੇਂ ਲੜਾਈ ਲੱਗ ਰਹੀ ਹੈ ਕਿਸੇ ਦੇ ਨਾਲ, ਚਾਹੇ ਪਾਕਿਸਤਾਨ ਹੈ, ਚਾਈਨਾ ਜਾਂ ਕਿਸੇ ਵੀ ਕੰਟਰੀ ਨਾਲ ਲੜਾਈ ਲੱਗ ਰਹੀ ਹੈ ਇੱਕ ਉਸ ਸਮੇਂ ਦੇ ਵਿੱਚ। ਇੱਕ ਹੋ ਗਿਆ ਅੰਦਰੂਨੀ ਗੜਬੜ, ਇੱਕ ਹੋ ਗਿਆ ਬਾਹਰੀ ਗੜਬੜ। ਜਦੋਂ ਬਾਹਰੀ ਗੜਬੜ ਹੋਏਗੀ ਯਾਨੀ ਕਿ ਕਿਸੇ ਦੇਸ਼ ਦੇ ਨਾਲ ਕੋਈ ਲੜਾਈ ਚੱਲ ਰਹੀ ਹੈ, ਉਦੋਂ ਜਿਹੜਾ ਫੰਡਾਮੈਂਟਲ ਰਾਈਟ ਜਿਹੜਾ ਹੈਗਾ 19 ਉਹ ਆਪਣੇ ਆਪ ਹੀ ਸਸਪੈਂਡ ਹੋ ਜਾਂਦਾ, ਜਦੋਂ ਕਿਉਂਕਿ ਜਦੋਂ ਵੀ ਕਿਸੇ ਦੇਸ਼ ਨਾਲ ਲੜਾਈ ਲੱਗੇਗੀ ਤਾਂ ਰਾਸ਼ਟਰੀ ਸੰਕਟ ਤਾਂ ਲੱਗੇਗਾ ਹੀ ਲੱਗੇਗਾ। ਪਹਿਲਾਂ ਹੁੰਦਾ ਸੀ ਪੂਰੇ ਭਾਰਤ ਵਿੱਚ ਲਾ ਦਿੰਦੇ ਸੀ, ਹੁਣ ਕਿਹਾ ਵੀ ਅਗਰ ਲੜਾਈ ਪਾਕਿਸਤਾਨ ਦੇ ਨਾਲ ਤਾਮਿਲਨਾਡੂ 'ਚ ਲਗਾਉਣ ਦੀ ਕੀ ਲੋੜ ਹੈ, ਪੂਰੇ ਦੇਸ਼ 'ਤੇ ਲਗਾਉਣ ਦੀ ਕੀ ਲੋੜ ਹੈ, ਸਿਰਫ ਉਹਨਾਂ ਨੇ ਏਰੀਏ 'ਤੇ ਲਗਾਓ ਜਿੱਥੇ ਜਿੱਥੇ ਆਪਣਾ ਇਹਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ, ਉਸ ਏਰੀਏ 'ਤੇ ਲਗਾਓ। ਠੀਕ ਹੈ, ਇਸ ਕਰਕੇ ਹੁਣ ਉਨੇ ਕੁ ਏਰੀਏ 'ਚ ਲੱਗਦੀ ਹੈ ਅਤੇ ਆਰਟੀਕਲ 19 ਉਦੋਂ ਆਪਣੇ ਆਪ ਹੀ ਖਤਮ ਹੋ ਜਾਂਦਾ। ਇਹ ਗੱਲ ਯਾਦ ਰੱਖਣੀ ਕਿ ਜਦੋਂ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਤਾਂ ਆਰਟੀਕਲ 19 ਦੇ ਵਿੱਚ ਜਿਹੜੇ 6 ਅਧਿਕਾਰ ਦਿੱਤੇ ਸੀ ਉਹ ਨਾਲ ਦੀ ਨਾਲ ਹੀ ਸਸਪੈਂਡ ਹੋ ਜਾਂਦੇ, ਪਰ ਆਰਟੀਕਲ 20 ਅਤੇ 21 ਇਹ ਸਸਪੈਂਡ ਕਦੇ ਵੀ ਨਹੀਂ ਹੁੰਦੇ। ਲੇਕਿਨ ਇਹਨਾਂ 3 ਆਰਟੀਕਲ ਤੋਂ ਬਿਨਾਂ ਜਿਹੜੇ ਬਾਕੀ ਬਚੇ ਆ ਉਹ ਖਤਮ ਕਦੋਂ ਹੋਣਗੇ, ਜਦੋਂ ਸੰਸਦ ਉਹਨਾਂ ਨੂੰ ਚਾਹੂਗੀ। ਸੰਸਦ ਇੱਕ ਨੋਟੀਫਿਕੇਸ਼ਨ ਦੇ ਥਰੂ ਕਹਿ ਸਕਦੇ ਆਪਾਂ ਕਿ ਉਹਨਾਂ ਨੂੰ ਰੱਦ ਕਰ ਸਕਦੀ ਹੈ, ਪਰ ਧਾਰਾਵਲੀ ਦੁਆਰਾ ਮਿਲੇ ਅਧਿਕਾਰ ਸਿਰਫ ਬਾਹਰੀ ਹਮਲੇ ਦੇ ਦੌਰਾਨ ਹੀ ਰੱਦ ਹੋਣਗੇ, ਨਾ ਕਿ ਦੇਸ਼ ਦੇ ਅੰਦਰ ਹਥਿਆਰਬੰਦ ਬਗਾਵਤ। ਜਦੋਂ ਦੇਸ਼ ਦੇ ਅੰਦਰ ਹਥਿਆਰਬੰਦ ਬਗਾਵਤ ਹੋ ਰਹੀ ਹੈ ਉਦੋਂ ਆਰਟੀਕਲ 19 ਸਸਪੈਂਡ ਨਹੀਂ ਹੋਊਗਾ, ਲੇਕਿਨ ਜਦੋਂ ਬਾਹਰਲੇ ਦੇਸ਼ ਨਾਲ ਕੋਈ ਲੜਾਈ ਲੱਗੀ ਆ ਉਦੋਂ ਜਿਹੜਾ ਹੈਗਾ ਸਸਪੈਂਡ ਹੋ ਜਾਏਗਾ। ਉਸ ਤੋਂ ਬਾਅਦ 9 ਆਰਟੀਕਲ ਕੀ ਕਹਿੰਦਾ, ਹਥਿਆਰਬੰਦ ਬਲ ਜਿਵੇਂ ਆਰਮ ਫੋਰਸਿਸ ਹੋ ਗਈਆਂ ਜਾਂ ਫਿਰ ਪੈਰਾਮਿਲਟਰੀ ਫੋਰਸਿਸ ਹੋ ਗਈਆਂ, ਪੁਲਿਸ ਫੋਰਸਿਸ ਹੋ ਗਈਆਂ ਜਾਂ ਕੋਈ ਇੰਟੈਲੀਜੈਂਸ ਏਜੰਸੀਜ਼ ਹੋ ਗਈਆਂ ਜਾਂ ਇਹਨਾਂ ਦੇ ਵਰਗੀਆਂ ਕੋਈ ਹੋਰ ਸੇਵਾਵਾਂ ਦੇਣ ਵਾਲੀਆਂ ਏਜੰਸੀਜ਼ ਹੋ ਗਈਆਂ, ਉਹਨਾਂ ਨੂੰ ਸੰਸਦ ਦੇ ਦੁਆਰਾ ਪ੍ਰਤੀਬੰਧ ਜਾਂ ਰੱਦ ਕੀਤਾ ਜਾ ਸਕਦਾ ਹੈ। ਆਰਟੀਕਲ 33 ਇਹ ਕਹਿੰਦਾ ਹੈ ਕਿ ਇਹਨਾਂ ਦੇ ਜਿਵੇਂ ਮੰਨ ਲਓ ਹੁਣ ਮੰਨ ਲਓ ਕੋਈ ਕਿਸੇ ਵੀ ਲੈਵਲ 'ਤੇ ਕੋਈ ਮੰਨ ਲਓ ਇੱਕ ਕੋਈ ਅੰਦੋਲਨ ਹੋ ਜਾਂਦਾ ਹੈ, ਠੀਕ ਹੈ, ਆਰਮ ਫੋਰਸਿਸ ਦੀਆਂ ਜਿਹੜੀਆਂ ਕੀ ਹੈ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਜੋ ਵੀ ਮਤਲਬ ਉਹਨਾਂ ਦੇ ਪ੍ਰਤੀਬੰਧ ਜਿਹੜਾ ਲਗਾਇਆ ਜਾ ਸਕਦਾ ਹੈ ਜਾਂ ਉਹਨਾਂ ਦੀਆਂ ਥੋੜ੍ਹੀਆਂ ਜਿਹੜੀਆਂ ਪਾਵਰਸ ਹੈਗੀਆਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ, ਆਰਟੀਕਲ 33 ਇਹ ਕਹਿੰਦਾ। 10ਵਾਂ ਪੁਆਇੰਟ ਕੀ ਕਹਿੰਦਾ, ਉਹਨਾਂ ਦੀ ਅਰਜ਼ੀ 'ਤੇ ਪਾਬੰਦੀ ਲਗਾਈ ਜਾ ਸਕਦੀ ਜਦ ਕਿ ਮਾਰਸ਼ਲ ਲਾਅ ਲਾਗੂ ਹੁੰਦਾ ਹੈ। ਕੋਈ ਵੀ ਖੇਤਰ, ਮਾਰਸ਼ਲ ਲਾਅ ਦਾ ਅਰਥ ਹੈ ਫੌਜ ਰਾਜ, ਠੀਕ ਹੈ, ਅਧੀਨ ਲਗਾਇਆ ਗਿਆ ਆਰਡਰ ਬਹਾਲ ਕਰਨ ਲਈ ਅਸਾਧਾਰਨ ਹਾਲਤ ਦੇ ਵਿੱਚ ਇਹ ਹੈ ਕਿ ਰਾਸ਼ਟਰਪਤੀ ਐਮਰਜੈਂਸੀ ਲਗਾਉਣ ਤੋਂ ਇਹ ਥੋੜ੍ਹਾ ਜਿਹਾ ਕਰੈਕਸ਼ਨਸ ਕਰਨ ਵਾਲੀ ਹੈ ਕਿ ਕੋਈ ਲਾਈਨ ਜੀ ਜਿਵੇਂ ਬਣਦੀ ਨਹੀਂ। ਤਾਂ ਦੇਖੋ ਸਿੰਪਲ ਜੀ ਗੱਲ ਇਹ ਹੈ ਕਿ ਜਦੋਂ ਫੌਜੀ ਰਾਜ ਲੱਗਿਆ ਹੁੰਦਾ ਹੈ, ਠੀਕ ਹੈ, ਮਾਰਸ਼ਲ ਲਾਅ ਲੱਗਿਆ ਹੁੰਦਾ ਤਾਂ ਉਦੋਂ ਵੀ ਇਹਨਾਂ 'ਤੇ ਜਿਹੜੀ ਪਾਬੰਦੀ ਲਗਾਈ ਜਾ ਸਕਦੀ ਹੈ। ਆਰਟੀਕਲ 34 ਇਹ ਕਹਿੰਦਾ, ਬਸ ਤੁਸੀਂ ਇੰਨਾ ਯਾਦ ਰੱਖਣਾ ਹੈ। ਰਾਸ਼ਟਰੀ ਐਮਰਜੈਂਸੀ ਲਗਾਉਣ ਤੋਂ ਜ਼ਰੂਰੀ ਕਿ ਰਾਸ਼ਟਰੀ ਐਮਰਜੈਂਸੀ ਦੇ ਲਗਾਉਣ 'ਤੇ ਹੀ ਲੱਗੇਗਾ, ਜਦੋਂ ਮਾਰਸ਼ਲ ਲਾਅ ਲੱਗਿਆ ਹੋਗਾ ਉਦੋਂ ਵੀ ਜਿਹੜਾ ਆਰਟੀਕਲ 34 ਦੇ ਅਕੋਰਡਿੰਗ ਪਾਬੰਦੀ ਲਗਾਈ ਜਾ ਸਕਦੀ, ਬਸ ਇੰਨਾ ਯਾਦ ਰੱਖਣਾ ਹੈ। ਬਾਕੀ ਸਾਰੀ ਲਾਈਨ ਦਾ ਕੋਈ ਮਤਲਬ ਜਾਂ ਤਾਂ ਨਹੀਂ ਨਿਕਲਦਾ ਪਿਆ ਕਿਉਂਕਿ ਅੱਖਰ ਇੱਧਰ ਉੱਧਰ ਹੋ ਗਏ, ਲੇਕਿਨ ਬਸ ਇਹਦਾ ਇੰਨਾ ਧਿਆਨ ਰੱਖਣਾ ਕਿ ਮਾਰਸ਼ਲ ਲਾਅ ਜਦੋਂ ਲੱਗਿਆ ਹੋਊਗਾ ਤਾਂ ਉਦੋਂ ਪਾਬੰਦੀ ਲਗਾਈ ਜਾ ਸਕਦੀ ਹੈ, ਜ਼ਰੂਰੀ ਨਹੀਂ ਕਿ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਲੱਗਣ ਵੇਲੇ। ਆਰਟੀਕਲ 34 ਇਹ ਕਹਿੰਦਾ। ਇਹਨਾਂ ਦੇ ਵਿੱਚੋਂ ਜਦ ਕਿ ਆਹ ਵਾਲਾ ਆਰਟੀਕਲ 33 ਜਿਹੜਾ ਸੀਗਾ ਇਹ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਸੀ, ਵੀ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਜਿਹੜਾ ਕੀ ਹੈ ਇਹਨਾਂ ਫੋਰਸਿਸ ਦੀਆਂ ਜਿਹੜੀਆਂ ਇਹਨਾਂ 'ਤੇ ਪ੍ਰਤੀਬੰਧ ਲਗਾਇਆ ਜਾ ਸਕਦਾ ਜਾਂ ਰੱਦ ਵੀ ਕੀਤਾ ਜਾ ਸਕਦਾ। ਇਹਨਾਂ ਵਿੱਚੋਂ ਕੁਝ ਕਿਉਂਕਿ ਦੇਖੋ ਜਿਵੇਂ ਉਹ 1857 'ਚ ਵਿਦਰੋਹ ਨਹੀਂ ਹੋਇਆ ਸੀਗਾ ਕਿ ਜਿਹੜੀ ਇੰਡੀਅਨ ਜਿਹੜੀ ਸੈਨਾ ਸੀਗੀ ਉਹ ਬ੍ਰਿਟਿਸ਼ ਦੇ ਖਿਲਾਫ ਹੋ ਗਈ ਸੀ, ਤਾਂ ਇੱਦਾਂ ਦਾ ਕੁਛ ਨਾ ਹੋਵੇ ਤਾਂ ਕਰਕੇ ਇਹ ਕਿਹਾ ਗਿਆ। ਆਰਟੀਕਲ 11 ਇਹਨਾਂ ਵਿੱਚੋਂ ਕੁਝ ਮੌਲਿਕ ਅਧਿਕਾਰ ਸਿਰਫ ਨਾਗਰਿਕਾਂ ਲਈ ਉਪਲਬਧ ਹਨ ਜਦ ਕਿ ਬਾਕੀ ਮੌਲਿਕ ਅਧਿਕਾਰ ਸਾਰੇ ਵਿਅਕਤੀਆਂ ਲਈ ਉਪਲਬਧ ਹਨ। ਇਸ ਦਾ ਆਪਾਂ ਵੈਸੇ ਕਰ ਲਿਆ ਸੀ ਉੱਪਰ। ਰਾਜ ਉਹਨਾਂ 'ਤੇ ਵਾਜਬ ਪਾਬੰਦੀਆਂ ਲਗਾ ਸਕਦਾ ਹੈ, ਪਾਬੰਦੀਆਂ ਵਾਜਬ ਹਨ ਜਾਂ ਨਹੀਂ ਇਸ ਦਾ ਫੈਸਲਾ ਅਦਾਲਤਾਂ ਦੁਆਰਾ ਹੁੰਦਾ ਹੈ। ਇਹ ਸਾਰੇ ਰਾਜ ਦੀ ਮਨਮਾਨੀ, ਇਹ ਸਾਰਾ ਉਹੀ ਰਿਪੀਟ ਹੋ ਰਿਹਾ। ਮੌਲਿਕ ਅਧਿਕਾਰ ਨਿਆਂ ਆਯੋਗ ਹਨ, ਇਹ ਵੀ ਹੋ ਗਿਆ ਸੀ ਆਪਣਾ। ਮੌਲਿਕ ਅਧਿਕਾਰ ਸਥਾਈ ਨਹੀਂ ਹਨ, ਇਹ ਵੀ ਆਪਣਾ ਹੋ ਗਿਆ ਸੀਗਾ। ਪਰ ਸੰਸਦ ਦੇ ਬਿਨਾਂ ਨਹੀਂ ਬਦਲ ਸਕਦੀ, ਇਹ ਵੀ ਹੋ ਗਿਆ ਸੀ। ਸਾਰਾ ਉਹੀ ਹੈ, ਮਤਲਬ ਦੁਬਾਰਾ PDF ਦੇ ਵਿੱਚ ਆ ਗਿਆ। ਤਾਂ ਬਸ ਇੰਨਾ ਹੀ ਸੀ ਅੱਜ ਦੇ ਲਈ ਮੌਲਿਕ ਅਧਿਕਾਰਾਂ ਦਾ। ਤਾਂ ਬਸ ਇਸ ਨੂੰ ਥੋੜ੍ਹਾ ਧਿਆਨ ਨਾਲ ਪੜ੍ਹਿਓ। ਅਗਰ ਕੋਈ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਸੁਝਾਅ ਦੇ ਸਕਦਾ, ਅਸੀਂ ਤੁਹਾਡੇ ਸੁਝਾਵਾਂ ਨੂੰ ਜ਼ਰੂਰ ਮੰਨਾਂਗੇ। ਅਗਰ ਤੁਹਾਨੂੰ ਕੰਟੈਂਟ ਪਸੰਦ ਆਉਂਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ
ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕੰਟੈਂਟ ਕਿਸ ਤਰ੍ਹਾਂ ਦਾ ਲੱਗ ਰਿਹਾ, ਪੜ੍ਹਾਉਣਾ ਕਿਸ ਤਰ੍ਹਾਂ ਦਾ ਲੱਗ ਰਿਹਾ, ਕੋਈ ਸੁਧਾਰ ਕੀਤਾ ਜਾ ਸਕਦਾ ਤਾਂ ਅਸੀਂ ਜ਼ਰੂਰ ਕਰਾਂਗੇ। ਤਾਂ ਇੰਨਾ ਹੀ ਬਸ ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ।